ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ 12ਵੀਂ ਅਸ਼ਟਪਦੀ ਦੀ ਕਥਾ ਕਰ ਰਹੇ ਹਾਂ। ਕੱਲ੍ਹ 4 ਪਦ ਹੋ ਗਏ ਸਨ, ਅੱਜ 5ਵੇਂ ਪਦ ਦੀ ਕਥਾ ਹੋਣੀ ਹੈ। 5ਵੇਂ ਪਦ ਦੀ ਪਹਿਲੀ ਪੰਕਤੀ ਹੈ, सहस खटे लख को उठता वै। सहस खटे लख को उठता वै, तृप्त न आवे माया पाछे पावे। सहस हज़ारां नूं कहंदे ने, खटे मने कमा लेना, हज़ारां रुपए कमा ले। लख कोठ धावे, धावे दा भज्जिया फिरना। ਹਜ਼ਾਰਾਂ ਕਮਾਉਣ ਤੋਂ ਬਾਅਦ ਫਿਰ ਲੱਖਾਂ ਲਈ ਭੱਜਿਆ ਫਿਰਦਾ ਹੈ। ਮੇਰੇ ਕੋਲ ਲੱਖਾਂ ਰੁਪਈਏ ਹੋਣ। ਇਹ ਕੁਦਰਤੀ ਗੱਲ ਹੈ। ਜਿਹੜਾ ਗਰੀਬ ਹੈ ਉਹ ਸੋਚਦਾ ਜੇ ਮੇਰੇ ਕੋਲ ਲੱਖ ਰੁਪਈਏ ਔਰ ਬੱਲੇ 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 ਬਹੁਤ ਹੈ, ਪਰ ਜੇ ਉਸ ਕੋਲ ਲੱਖ ਹੋ ਜਾਣਾ ਉਹ ਫਿਰ ਕਿਉਂ ਚੀਜ਼ਾਂ ਕੁਛ ਲੈ ਲੂਗਾ। ਜੇ ਕੋਈ ਚੀਜ਼ਾਂ ਲੈ ਲਏਗਾ ਉਹ ਮੁੱਕ ਜਾਣਗੇ, ਕਹਿੰਦੇ ਉਹ ਇਹ ਤਾਂ ਕੁਝ ਵੀ ਨਹੀਂ, ਲੱਖ ਨਾਲ ਤਾਂ ਕੁਛ ਵੀ ਨਹੀਂ ਆਉਂਦਾ। ਕਰੋੜ ਹੋਣਾ ਚਾਹੀਦਾ। ਮੰਨ ਲਓ ਕਰੋੜ ਹੋ ਗਿਆ ਕਿ ਇੱਕ ਕੋਠੀ ਪਾ ਲਈ 50-60 ਲੱਖ ਦੀ, ਇੱਕ ਕਾਰ ਲੈ ਲਈਏ, ਮੋਟਰਸਾਈਕਲ ਵੀ ਚਾਹੀਦਾ, ਉਹ ਕਰੋੜ ਰੁਪਏ ਨਾਲ ਤਿੰਨਾਂ ਚੀਜ਼ਾਂ 'ਤੇ ਮੁੱਕ ਜਾਣਾ। ਫਿਰ ਉਹ ਗੱਲ ਨਾ ਬਣੇ। ਜਿੰਨਾ ਚਿਰ ਬੰਦਾ ਗਰੀਬ ਆ ਸੋਚਦੇ ਮੇਰੇ ਕੋਲ ਜੇ ਇੰਨੇ ਕੁ ਪੈਸੇ ਹੋ ਜਾਣ ਬਹੁਤ ਨੇ, ਪਰ ਐਵੇਂ ਭੁਲੇਖਾ। ਜਿਉਂ-ਜਿਉਂ ਮਾਇਆ ਵੱਧਦੀ ਜਾਂਦੀ ਹੈ ਮਨੁੱਖ ਕੋਲ, ਤਿਉਂ-ਤਿਉਂ ਤ੍ਰਿਸ਼ਨਾ ਵੀ ਵੱਧਦੀ ਜਾਂਦੀ ਹੈ। ਸਟੈਂਡਰਡ ਹਾਈ ਹੋ ਜਾਂਦਾ। ਸਟੈਂਡਰਡ ਹਾਈ ਹੋਣ ਕਾਰਨ ਉਹ ਮਾਇਆ ਥੋੜ੍ਹੀ ਲੱਗਣ ਲੱਗਦੀ ਹੈ। ਇਸ ਲਈ ਮਨੁੱਖ ਪਹਿਲਾਂ ਹਜ਼ਾਰਾਂ ਕਮਾਉਂਦਾ ਹੈ, ਫਿਰ ਲੱਖਾਂ ਦੇ ਪਿੱਛੇ ਭੱਜਿਆ ਫਿਰਦਾ ਹੈ। ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਮਾਇਆ ਦੇ ਪਿੱਛੇ ਪਿਆ ਰਹਿੰਦਾ ਹੈ, ਪਰ ਨੂੰ ਤ੍ਰਿਪਤੀ ਨਹੀਂ ਆਉਂਦੀ, ਰੱਜ ਨਹੀਂ ਹੁੰਦਾ। ਰੱਜ ਨਹੀਂ ਹੁੰਦਾ, ਉਹਨੂੰ ਸੰਤੁਸ਼ਟੀ ਨਹੀਂ ਹੁੰਦੀ ਕਿ ਚਲੋ ਜੀ ਬਹੁਤ ਹੈ। ਇਹ ਸੰਤੁਸ਼ਟੀ ਨਹੀਂ ਆਇਆ ਕਰਦੀ, ਚਾਹੇ ਅਰਬਾਂ ਖਰਬਾਂ ਕਿਉਂ ਨਾ ਹੋ ਜਾਣ। ਇਹ ਬੰਦਾ ਕਦੇ ਵੀ ਮਾਇਆ ਨਾਲ ਰੱਜਿਆ ਨਹੀਂ ਕਰਦਾ। ਹਾਂ, ਪਰਮਾਤਮਾ ਵੱਲੋਂ ਹੀ ਅੰਦਰ ਸਬਰ ਸੰਤੋਖ ਹੋਵੇ ਤੇ ਫਿਰ ਤੇ ਰਾਜ ਆ ਜਾਂਦਾ, ਨਹੀਂ ਤੇ ਨਹੀਂ ਆਉਂਦਾ। ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਮਾਇਆ ਦੇ ਮਗਰ ਭੱਜਿਆ ਫਿਰਦਾ, ਇਸ ਲਈ ਇਹਨੂੰ ਤ੍ਰਿਪਤੀ ਨਹੀਂ ਹੁੰਦੀ, ਸੰਤੁਸ਼ਟੀ ਨਹੀਂ ਹੁੰਦੀ, ਰੱਜ ਨਹੀਂ ਆਉਂਦਾ। ਅਨਕ ਭੋਗ ਵਿਖਿਆ ਕੀ ਕਰੇ। ਵਿਖਿਆ ਦਾ ਸ਼ਬਦੀ ਅਰਥ ਹੈ ਜ਼ਹਿਰ। ਵਿਖ ਜ਼ਹਿਰ ਨੂੰ ਕਹਿੰਦੇ ਨੇ। ਕਈ ਥਾਵਾਂ 'ਤੇ ਮਾਇਆ ਨੂੰ ਵੀ ਜ਼ਹਿਰ ਲਿਖਿਆ ਹੋਇਆ ਹੈ। ਕਈ ਵਾਰ ਥੋੜ੍ਹਾ ਸਮਝਣ 'ਚ ਫਰਕ ਰਹਿ ਜਾਂਦਾ ਕਿ ਮਾਇਆ ਜੇ ਜ਼ਹਿਰ ਹੈ ਤਾਂ ਕੀ ਸਾਨੂੰ ਮਾਇਆ ਨਹੀਂ ਕਮਾਉਣੀ ਚਾਹੀਦੀ। ਉਸ ਮਾਇਆ ਨੂੰ ਧਰਮ 'ਚ ਜ਼ਹਿਰ ਕਿਹਾ ਗਿਆ ਹੈ ਜਿਹੜੀ ਹਰਾਮ ਦੀ ਕਮਾਈ ਹੁੰਦੀ ਹੈ। ਹਰਾਮ ਦੀ ਕਮਾਈ ਦੇ ਨਾਲ ਜਿਹੜੀ ਮਾਇਆ ਇਕੱਠੀ ਕੀਤੀ ਨੇ ਉਹਦੇ ਨਾਲ ਅਨੇਕਾਂ ਪ੍ਰਕਾਰ ਦੇ ਇਹ ਭੋਗ ਭੋਗਦਾ ਹੈ। ਜੀਵ ਦੇ ਇੰਦਰੀਆਂ ਦੇ ਰਸ ਭੋਗਦਾ ਹੈ, ਕਿਉਂਕਿ ਉਹ ਜਿਹੜੀ ਮਾਇਆ ਹੈ ਉਹ ਹਰਾਮ ਦੀ ਹੈ, ਗਲਤ ਤਰੀਕੇ ਨਾਲ ਕਮਾਈ ਹੋਈ ਹੈ। ਇਸ ਲਈ ਉਹਨੂੰ ਜ਼ਹਿਰ ਕਹਿੰਦੇ ਨੇ। ਜਿਵੇਂ ਆਪਾਂ ਜ਼ਹਿਰ ਖਾ ਲਈਏ ਭਾਵੇਂ ਬਚ ਵੀ ਜਾਈਏ, ਪਰ ਸਰੀਰ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਜਿਹੜੀ ਹਰਾਮ ਦੀ ਕਮਾਈ ਹੈ ਇਹ ਸੂਨਰ ਲੇਟਰ ਸਾਡਾ ਨੁਕਸਾਨ ਕਰਦੀ ਹੈ। ਇਸ ਲਈ ਸਿੱਖ ਨੂੰ ਹੁਕਮ ਹੈ ਕਿ ਤੂੰ 10 ਨੂੰਹਾਂ ਦੀ ਕਿਰਤ ਕਰਕੇ ਗੁਜ਼ਾਰਾ ਕਰਨਾ। ਮਨੁੱਖ ਨੇ ਆਪਣੀਆਂ ਤ੍ਰਿਸ਼ਨਾਵਾਂ, ਆਪਣੀਆਂ ਇੱਛਾਵਾਂ ਬਹੁਤ ਜ਼ਿਆਦਾ ਵਧਾ ਲਈਆਂ ਹਨ। ਗਰੀਬ ਬੰਦਾ ਵੀ ਅਮੀਰ ਦੀ ਨਕਲ ਕਰਦਾ ਹੈ। ਵੀ ਭਲਿਆ ਮਾਨਸਾ ਕਹਾਵਤ ਹੈ, ਚਾਦਰ ਵੇਖ ਕੇ ਪੈਰ ਪਸਾਰੋ। ਮੰਨ ਲਓ ਜੇ ਮੇਰਾ ਕੱਦ ਫਰਕੋ 6 ਫੁੱਟ ਹੈ ਅਤੇ ਚਾਦਰ ਮੇਰੇ ਕੋਲ 5 ਫੁੱਟ ਹੈ। ਜੇ ਮੈਂ ਲੱਤਾਂ ਨਸਾਲਦਾ ਹਾਂ
ਤਾਂ ਜਾਂ ਤਾਂ ਮੇਰੇ ਪੈਰ ਨੰਗੇ ਰਹਿ ਜਾਣਗੇ ਜਾਂ ਸਿਰ ਨੰਗਾ ਰਹਿ ਜਾਏਗਾ, ਕਿਉਂਕਿ ਕੱਦ 6 ਫੁੱਟ ਹੈ ਅਤੇ ਚਾਦਰ 5 ਫੁੱਟ ਹੈ। ਹੁਣ ਕੀਤਾ ਕੀ ਜਾਏ? ਸਿਆਣਪ ਇਹ ਹੈ ਕਿ ਲੱਤਾਂ ਇਕੱਠੀਆਂ ਕਰ ਲਓ। ਜਦ ਤੁਸੀਂ ਲੱਤਾਂ ਇਕੱਠੀਆਂ ਕਰ ਲਓਗੇ ਉਹ ਚਾਦਰ ਪੂਰੀ ਆ ਜਾਏਗੀ। ਭਾਵ ਆਮਦਨ ਥੋੜ੍ਹੀ ਹੈ ਅਤੇ ਖਰਚ ਵੱਧ ਰਿਹਾ ਹੈ, ਤਾਂ ਸਿਆਣਪ ਹੀ ਆਪਣੇ ਖਰਚ ਨੂੰ ਘਟਾ ਲਓ, ਕਿਉਂਕਿ ਹੋ ਸਕਦਾ ਆਮਦਨ ਨਾ ਵਧਣੀ ਹੋਵੇ। ਇਸ ਲਈ ਇਹ ਮਨੁੱਖ ਮੈਂ ਦੇਖਿਆ, ਇਹਦੇ ਕੋਲ ਹੁੰਦਾ ਤਾਂ ਸਭ ਕੁਛ ਹੈ, ਪਰ ਜਦੋਂ ਦੂਸਰਿਆਂ ਵੱਲ ਵੇਖਦਾ ਹੈ ਫਿਰ ਇਹਦੇ ਕੋਲ ਜੋ ਕੁਛ ਹੈ ਉਹ ਇਹਨੂੰ ਥੋੜ੍ਹਾ ਲੱਗਦਾ ਹੈ। ਮਨੁੱਖ ਦੀ ਆਦਤ ਹੈ ਇਹ ਉੱਪਰ ਵੱਲ ਨੂੰ ਵੇਖਦਾ ਹੈ। ਉੱਪਰ ਵੱਲ ਨੂੰ ਵੇਖਣਾ ਚਾਹੀਦਾ। ਤਰੱਕੀ ਕਰਨ ਲਈ ਸਾਨੂੰ ਉੱਪਰ ਵੱਲ ਹੀ ਵੇਖਣਾ ਪਵੇਗਾ। ਪਰ ਜੇ ਰਹਿਣਾ ਸੰਤੁਸ਼ਟ, ਜੇ ਰਹਿਣਾ ਖੁਸ਼, ਤਾਂ ਫਿਰ ਹੇਠਲਿਆਂ ਵੱਲ ਵੇਖਣਾ ਪਵੇਗਾ। ਫਿਰ ਹੇਠਲਿਆਂ ਵੱਲ ਵੇਖਣਾ ਪਵੇਗਾ। ਅੱਜ ਜਦੋਂ 45 ਕਰੋੜ ਵੱਲ ਵੇਖਦਾ ਨਾ ਬੰਦਾ, ਫਿਰ ਬੰਦਾ ਸੰਤੁਸ਼ਟ ਹੋ ਜਾਂਦਾ ਵੀ ਦਾਤਾ ਤੇਰੀ ਬੜੀ ਕਿਰਪਾ ਹੈ, ਘੱਟ ਤੋਂ ਘੱਟ ਤੂੰ ਰੋਟੀ ਤਾਂ ਖਾਣ ਨੂੰ ਦਿੰਦਾ 2-3 ਟਾਈਮ। ਉਹ ਵੀ ਲੋਕ ਨੇ ਵਿਚਾਰੇ ਰੋਟੀ ਤੋਂ ਆਤਰ ਹੋ ਕੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਨੂੰ ਮੁੜ ਗਏ ਨੇ। ਸੋ ਇਹ ਹਰਾਮ ਦੀ ਕਮਾਈ ਨਾਲ ਅਨੇਕਾਂ ਪ੍ਰਕਾਰ ਦੇ ਭੋਗ ਭੋਗਦਾ ਹੈ। ਨਹਿ ਤ੍ਰਿਪਤਾਵੈ ਖੱਪ ਖੱਪ ਮਰੈ। ਜੇ ਕੁਦਰਤੀ ਇਹ ਲਾਈਨ ਫਾਰਸੀ ਦੀ ਹੁੰਦੀ ਤਾਂ ਨੰਨਾ ਹਾਹਾ ਦਾ ਉਚਾਰਨ ਹੋ ਜਾਂਦਾ ਸੀ ਨਾ, ਪਰ ਇਹ ਹਿੰਦੀ ਦਾ ਹੋਣ ਕਰਕੇ ਇਸ ਲਈ ਇੱਥੇ ਉਚਾਰਨ ਨੇ ਸਪੈਲਿੰਗ ਇਹੀ ਹੁੰਦੇ ਨੇ। ਜੇ ਫਾਰਸੀ 'ਚ ਹੋਣ ਤਾਂ ਫਿਰ ਇਹਦਾ ਉਚਾਰਨ ਹੋ ਗਿਆ ਨਾ, ਨੰਨਣ ਕੰਨਾ ਹਾਹਾ। ਹਿੰਦੀ ਦਾ ਹੈ ਇਸ ਲਈ ਨਹਿ ਤ੍ਰਿਪਤਾਵੈ ਖੱਪ ਖੱਪ ਮਰ। ਇਹ ਰਾਜਦਾ ਨਹੀਂ ਹੈ, ਸਗੋਂ ਖੱਪ ਖੱਪ ਕੇ ਮਰ ਜਾਂਦਾ, ਖੁਆਰ ਹੁੰਦਾ ਰਹਿੰਦਾ, ਕਿਉਂ ਮਾਇਆ ਦੇ ਮਗਰ ਲੱਗਾ ਰਹਿੰਦਾ ਹੈ। ਸੰਤੁਸ਼ਟੀ ਹੁੰਦੀ ਨਹੀਂ ਹੈ, ਖੁਆਰ ਹੁੰਦਾ ਰਹਿੰਦਾ ਅਤੇ ਅਖੀਰ ਨੂੰ ਮਰ ਜਾਂਦਾ ਹੈ। ਗੁਰੂ ਮਹਾਰਾਜ ਨੇ ਤੱਤ ਸਾਰ ਕੱਢਿਆ, ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜੈ। ਸਬਰ ਸੰਤੋਖ ਤੋਂ ਬਿਨਾਂ ਕੋਈ ਨਹੀਂ ਰੱਜਿਆ ਅੱਜ ਤੱਕ। ਇਸ ਮਾਇਆ ਨਾਲ ਕੋਈ ਨਹੀਂ ਅੱਜ ਤੱਕ ਰੱਜਿਆ। ਇਹ ਤਾਂ ਜਦੋਂ ਸਬਰ ਸੰਤੋਖ ਪੈਦਾ ਅੰਦਰ ਹੁੰਦਾ ਫਿਰ ਰੱਜ ਆਉਂਦਾ। ਫਿਰ ਬੰਦੇ ਦੇ ਮੂੰਹ ਨਿਕਲਦਾ ਦਾਤ ਦੇ ਦਿੱਤਾ ਬਹੁਤ ਹੈ। ਜਿਹਦੇ ਅੰਦਰ ਸਬਰ ਸੰਤੋਖ ਪੈਦਾ ਹੋ ਜਾਏ ਉਹ ਉੱਪਰੋਂ ਨਹੀਂ ਕਹਿੰਦੇ ਦਾਤ ਦੇ ਦਿੱਤਾ ਬਹੁਤ ਹੈ, ਕਿਸੇ ਦੇ ਸਾਹਮਣੇ ਕਹਿਣਾ ਜੀ ਦਾਤ ਦੇ ਦਿੱਤਾ ਬਹੁਤ ਹੈ, ਅਤੇ ਜਦੋਂ ਚਲਿਆ ਜਾਏ ਤਾਂ ਫਿਰ ਦਾਤੇ ਨੇ ਕਹਿਣਾ ਤੂੰ ਤਾਂ ਮੈਨੂੰ ਘੱਟ ਦਿੱਤਾ। ਇਸ ਤਰ੍ਹਾਂ ਨਹੀਂ, ਅੰਦਰੋਂ ਹੀ ਮਨ ਕਹੇਗਾ। ਜਦੋਂ ਸਬਰ ਸੰਤੋਖ ਪੈਦਾ ਹੋ ਜਾਏਗਾ, ਅੰਦਰੋਂ ਹੀ ਮਨ ਕਹੇਗਾ ਕਿ ਦਾਤੇ ਦਾ ਦਿੱਤਾ ਬਹੁਤ ਹੈ। ਇਸ ਲਈ ਬਿਨਾਂ ਸੰਤੋਖ ਨਹੀਂ ਕੋ ਰਾਜੈ। ਬਿਨਾਂ ਸੰਤੋਖ ਤੋਂ ਕੋਈ ਨਹੀਂ ਰੱਜਿਆ ਅਜੇ ਤੱਕ। ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਹਨੂੰ ਬਿਰਥੇ ਨਹੀਂ ਪੜ੍ਹਨਾ, ਮੀਨਿੰਗ ਤਾਂ ਉਹੀ ਹੈ। ਜੇ ਬੱਬੇ ਨੂੰ ਸਿਆਰੀ ਪੂਰਾ ਰਾਰਾ ਹੋਵੇ ਤਾਂ ਤੱਥੇ ਨਾ ਫਿਰ ਤਾਂ ਪੜ੍ਹਨਾ ਬਿਰਥੇ। ਇਹ ਬੱਬੇ ਦੇ ਪੈਰ 'ਚ ਰਾਰਾ ਹੈ, ਇਸ ਲਈ ਪੜ੍ਹਨਾ ਬਿਰਥੇ। ਸੁਪਨ ਮਨੋਰਥ ਬਿਰਥੇ ਸਭ ਕਾਜੈ। ਬਿਰਥੇ ਮੈਨੇ ਵਿਅਰਥ। ਸੁਪਨੇ ਦੇ ਵਿੱਚ ਤੁਹਾਡਾ ਕੋਈ ਕਾਰਜ ਹੋ ਗਿਆ ਹੈ, ਮੰਨ ਲਓ ਜਦੋਂ ਸੁਪਨਾ ਟੁੱਟਿਆ ਉਹ ਤਾਂ ਸੁਪਨਾ ਸੀ, ਕਾਰਜ ਤਾਂ ਉੱਥੇ ਖੜ੍ਹਾ। ਜਿਵੇਂ ਸੁਪਨੇ ਦੇ ਵਿੱਚ ਕੋਈ ਕਾਰਜ ਹੋ ਜਾਵੇ ਉਹ ਵਿਅਰਥ ਹੁੰਦਾ, ਕਿਉਂਕਿ ਉਹ ਤਾਂ ਇੱਕ ਸੁਪਨਾ ਸੀ, ਉਹ ਤਾਂ ਸੁਪਨੇ ਦੀ ਤਰ੍ਹਾਂ ਸੀ। ਇਸ ਲਈ ਬਿਨਾਂ ਸੰਤੋਖ ਤੋਂ ਜਿਹੜੇ ਮਨੁੱਖ ਕੰਮ ਕਰਦਾ ਉਹ ਸਭ ਵਿਅਰਥ ਨੇ, ਉਹ ਤਾਂ ਸੁਪਨੇ ਦੀ ਨਿਆਈ ਹਨ। ਕਈ ਵਾਰੀ ਸੁਪਨੇ 'ਚ ਬੰਦਾ ਰਾਜਾ ਬਣ ਜਾਂਦਾ ਹੈ, ਜਿੰਨਾ ਚਿਰ ਸੁਪਨੇ ਦਾ ਬੜਾ ਖੁਸ਼ ਰਹਿੰਦਾ। ਜਦੋਂ ਸੁਪਨਾ ਟੁੱਟਦਾ ਦੇਖਦਾ ਮੈਂ ਤਾਂ ਉਸੇ ਟੁੱਟੀ ਮੰਜੀ 'ਤੇ ਪਿਆ ਹੋਇਆ। ਕਈ ਵਾਰੀ ਸੁਪਨਾ ਬੜਾ ਡਰਾਉਣਾ ਹੁੰਦਾ, ਮਗਰ ਸ਼ੇਰ ਲੱਗਣ ਦਾ ਬੰਦਾ ਭੱਜਿਆ ਜਾਂਦਾ ਅਤੇ ਕਿਉਂਕਿ ਪਰਮਾਤਮਾ ਨੇ ਹੁਣ ਉਹਨੂੰ ਜਗਾਉਣੇ ਨਾ, ਉਹ ਕਿਤੇ ਚੀਜ਼ ਅੜਕ ਕੇ ਡਿੱਗ ਪੈਂਦਾ।
जद डिगदा तो जाग खुलती है। ਉਂਝ ਵਿਚਾਰਾ ਪਸੀਨੋ ਪਸੀਨੀ ਹੋਇਆ ਡਰ ਨਾਲ, ਪਰ ਕਹਿੰਦਾ ਸ਼ੁਕਰ ਹੈ ਮੰਜੇ 'ਤੇ ਹੀ ਪਏ ਆ, ਕੋਈ ਸ਼ੇਰ ਨਹੀਂ ਸੀ। ਸੁਪਨੇ ਦੇ ਤਾਂ ਇਹੋ ਜਿਹੇ ਕੰਮ ਨੇ, ਉਹ ਸਭ ਵਿਅਰਥ ਨੇ। ਨਾਮ ਰੰਗ ਸਰਬ ਸੁਖ ਹੋਏ। ਕਹਿੰਦੇ ਹਰ ਪ੍ਰਕਾਰ ਦਾ ਜੇ ਸੁੱਖ ਚਾਹੀਦਾ ਨਾ, ਉਹਦੇ ਨਾਮ ਨੂੰ ਜਦੋਂ ਅਸੀਂ ਪਿਆਰ ਕਰਾਂਗੇ ਫਿਰ ਹਰ ਪ੍ਰਕਾਰ ਦਾ ਸੁੱਖ ਮਿਲੇਗਾ। ਕਿਉਂਕਿ ਪੰਚਮ ਪਾਤਸ਼ਾਹ ਨੇ ਤਾਂ ਕਹਿਣਾ ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁੱਖ ਹੈ ਹੀ ਨਹੀਂ ਹੈ। ਭਗਤੀ ਤੋਂ ਬਿਨਾਂ ਸੰਤੁਸ਼ਟੀ ਹੀ ਨਹੀਂ ਹੁੰਦੀ। ਭਗਤੀ ਤੋਂ ਬਿਨਾਂ ਅੰਦਰ ਸਬਰ ਸੰਤੋਖ ਹੀ ਨਹੀਂ ਪੈਦਾ ਹੁੰਦਾ। ਇਸ ਲਈ ਨਾਮ ਰੰਗ ਸਰਬ ਸੁਖ ਹੋਏ। ਜਦੋਂ ਨਾਮ ਦਾ ਰੰਗ ਚੜ੍ਹਦਾ ਪਾਸ, ਜਦੋਂ ਨਾਮ ਨੂੰ ਪਿਆਰ ਕਰਦੇ ਨਾ, ਸਰਬ ਸੁਖ ਹੋਏ, ਹਰ ਇੱਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਵਡਭਾਗੀ ਕਿਸੇ ਪ੍ਰਾਪਤ ਹੋਏ। ਇੱਕ ਸ਼ਬਦ ਨਾ ਵਡਭਾਗੀ। ਵਡਭਾਗੀ ਹੁੰਦਾ ਵੱਡੇ ਭਾਗਾਂ ਵਾਲਾ। ਵਡਭਾਗੀ ਵੱਡੇ ਭਾਗਾਂ ਨਾਲ। ਇੱਥੇ ਵੱਡੇ ਭਾਗਾਂ ਨਾਲ। ਵਡਭਾਗੀ ਕਿਸੇ ਪ੍ਰਾਪਤ ਹੋਏ। ਵੱਡੇ ਭਾਗਾਂ ਨਾਲ ਹੀ ਕਿਸੇ ਨੂੰ ਪ੍ਰਾਪਤੀ ਹੁੰਦੀ ਹੈ। ਇਹ ਕਾਹਦੀ ਪ੍ਰਾਪਤੀ? ਨਾਮ ਦੀ। ਨਾਮ ਦੀ ਪ੍ਰਾਪਤੀ ਹੋਈ ਜੇ ਵੱਡੇ ਭਾਗ ਹੋਣ ਤਾਂ ਹੀ ਹੁੰਦੀ ਹੈ। ਤਾਂ ਹੀ ਅਸੀਂ ਨਾਮ ਜਪਾਂਗੇ ਨਾ, ਅਤੇ ਸਾਨੂੰ ਸੁੱਖ ਮਿਲੇਗਾ। ਬਦਕਿਸਮਤ ਨੂੰ ਤਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਨਾ ਉਹ ਨਾਮ ਜਪੇ ਨਾ ਉਹ ਸੁਖੀ ਹੋਵੇ। ਮਨੁੱਖ ਸਾਰੇ ਸੁੱਖ ਮਾਇਆ 'ਚੋਂ ਭਾਲਦਾ ਹੈ। ਵੈਸੇ ਸੁੱਖ ਤਾਂ ਆਪਣੇ ਕਰਮਾਂ ਦਾ ਹੁੰਦਾ। ਜੇ ਪਿਛਲੇ ਜਨਮ 'ਚ ਕਰਮ ਹੀ ਭੈੜੇ ਕੀਤੇ ਨੇ ਤਾਂ ਇੱਥੇ ਸੁੱਖ ਕਿੱਥੋਂ ਮਿਲੇਗਾ? ਦੂਜਿਆਂ ਨੂੰ ਸੁੱਖ ਦੇਣ ਨਾਲ ਹੀ ਆਪ ਨੂੰ ਸੁੱਖ ਮਿਲਦਾ। ਜਿਹੜੇ ਦੂਜਿਆਂ ਨੂੰ ਦੁੱਖ ਦਿੰਦੇ ਹਨ ਉਹਦੇ ਬਦਲੇ 'ਚ ਦੁੱਖ ਹੀ ਮਿਲਣਾ ਹੈ। ਬਾਈਬਲ 'ਚ ਲਿਖਿਆ ਐ ਯੂ ਸੋ ਸ਼ੈਲ ਯੂ ਰੀਪ। ਸੋ ਮੈਨੇ ਬੀਜਣਾ। ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਹੇ ਇਨਸਾਨ, ਜੋ ਤੂੰ ਕਿਸੇ ਨੂੰ ਦਿੱਤਾ ਸੀ ਤੈਨੂੰ ਉਹੀ ਮਿਲਣਾ। ਬਿਨਾਂ ਦਿੱਤੇ ਤੇ ਮਿਲਣਾ ਹੀ ਕੁਛ ਨਹੀਂ। ਜੇ ਤੂੰ ਸੰਸਾਰ ਨੂੰ ਦੁੱਖ ਦਿੱਤਾ ਤੈਨੂੰ ਦੁੱਖ ਮਿਲਣਾ। ਜੇ ਤੂੰ ਸੁੱਖ ਦਿੱਤਾ ਤੈਨੂੰ ਬਦਲੇ 'ਚ ਸੁੱਖ ਮਿਲਣਾ। ਜੇ ਤੂੰ ਕਿਸ ਦਾਨ ਦਿੱਤਾ ਹੈ ਤੈਨੂੰ ਬਦਲੇ ਧਨ ਦੌਲਤ ਮਿਲਣੀ। ਅਤੇ ਜੇ ਤੁਸੀਂ ਲੋਕਾਂ ਦੇ ਪੈਸੇ ਲੁੱਟੇ ਨੇ, ਖੋਏ ਨੇ, ਚੋਰੀ ਕੀਤੀ, ਤੁਹਾਨੂੰ ਗਰੀਬੀ ਮਿਲਣੀ। ਉਹੀ ਮਿਲਣਾ ਹੈ ਜੋ ਅਸੀਂ ਕਿਸੇ ਨੂੰ ਦਿੱਤਾ ਹੈ। ਇਸ ਲਈ ਕੰਮ ਹੀ ਸ਼ੁਭ ਕਰਨੇ ਚਾਹੀਦੇ ਨੇ ਤਾਂ ਕਿ ਉਹਦਾ ਨਤੀਜਾ ਵੀ ਸ਼ੁਭ ਹੋਵੇ। ਨਹੀਂ ਤਾਂ ਗੁਰੂ ਮਹਾਰਾਜ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਸੂਨਰ ਔਰ ਲੇਟਰ ਮੰਦਾ ਹੀ ਨਿਕਲਣਾ ਹੈ। ਅੱਜ ਨਿਕਲਿਆ ਕਿ ਕੱਲ੍ਹ ਨਿਕਲਿਆ। ਇਸ ਲਈ ਗੁਰੂ ਮਹਾਰਾਜ ਕਹਿੰਦੇ ਇਹ ਨਾਮ ਨਾਲ ਸੁੱਖ ਮਿਲਣਾ, ਅਤੇ ਨਾਮ ਦੀ ਪ੍ਰਾਪਤੀ ਵਡਭਾਗੀ ਵੱਡੇ ਭਾਗਾਂ ਨਾਲ ਕਿਸੇ ਨੂੰ ਹੁੰਦੀ ਹੈ। ਹਰ ਇੱਕ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਹਰ ਇੱਕ ਨਾਮ ਨਹੀਂ ਜਪਿਆ ਕਰਦਾ। ਹਰ ਇੱਕ ਬਾਣੀ ਨਹੀਂ ਪੜ੍ਹਦਾ। ਪਲੱਸ ਮੁੰਡਾ ਹੈ, ਅਰਦਾਸ ਕਰਾ ਰਿਹਾ, ਮੈਂ ਵੀ ਚੌਪਈ ਸਾਹਿਬ ਦੇ ਪਾਠ ਕਰਿਆ ਕਰ। ਕਹਿੰਦੇ ਯੋਗੀ ਹੁੰਦੇ ਨੇ। ਮੈਂ ਕੋਈ ਆਂਢੀ ਗੁਆਂਢੀ ਪੜ੍ਹਿਆ ਹੋਇਆ ਹੈ, ਪਾਠ ਕਰਦਾ ਕੋਈ? ਕਹਿੰਦਾ ਹਾਂਜੀ। ਮੈਂ ਉਹਦੇ ਕੋਲ ਚਲੇ ਜਾਈ। ਛੋਟਾ ਹੀ ਪਾਠ ਹੈ, ਉਸ ਤੋਂ 4-5 ਵਾਰੀ ਉਹ ਤੈਨੂੰ ਪੜ੍ਹਾ ਦੇਗਾ। ਗੁਟਕੇ ਆਮ ਤੌਰ 'ਤੇ ਕਈ ਘਰਾਂ 'ਚ ਹੁੰਦੇ ਨੇ, ਤੇਰੇ ਨਾਲ ਬਾਜ਼ਾਰ 'ਚੋਂ ਲੈ ਲਈ। ਉਹਦੇ ਵਿੱਚ ਚੌਪਈ ਸਾਹਿਬ ਦਾ ਪਾਠ ਹੋਏਗਾ। ਉਹ ਆਂਢੀ ਗੁਆਂਢੀ ਬੇਨਤੀ ਕਰੀ, ਮੈਂ ਪਾਠ ਕਰਿਆ ਕਿ ਮੈਨੂੰ ਸਿਰ ਚੌਪਈ ਸਾਹਿਬ ਦਾ ਪਾਠ ਸੁਣਾ ਦੋ। ਉਹ ਸਿਖਾ ਦੇਗਾ ਤੈਨੂੰ, ਫਿਰ ਤੂੰ ਪਾਠ ਕਰਿਆ ਕਰ। ਆਪ +2 'ਚ ਹੋ ਗਿਆ ਹੈ, ਇਹਦੇ ਘਰ 'ਚ ਕੋਈ ਪਾਠ ਹੀ ਨਹੀਂ ਕਰਦਾ। ਲੋਕਾਂ ਨੂੰ ਸ਼ਰਾਬਾਂ ਪੀਣ ਤੋਂ ਇਹਨੂੰ ਵਿਹਲ ਮਿਲਦੀ, ਪਾਠ ਕੀ ਕਿਸੇ ਨੇ ਸੁਆਹ ਕਰਨਾ ਹੈ। ਕੋਈ ਨਸ਼ੇ ਕਰਕੇ ਪਿਆ ਹੈ, ਕੋਈ ਸ਼ਰਾਬ ਪੀ ਕੇ ਪਿਆ ਹੈ। ਸੋਝੀ ਹੀ ਨਹੀਂ ਹੈਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ
ਇਹ ਨਾਮ ਦੀ ਪ੍ਰਾਪਤੀ ਵੀ ਵੱਡੇ ਭਾਗਾਂ ਨਾਲ ਹੁੰਦੀ ਹੈ, ਬਦਕਿਸਮਤਾਂ ਨੂੰ ਇਹ ਵੀ ਨਹੀਂ ਪ੍ਰਾਪਤ ਹੁੰਦੀ। ਕਿਉਂ? ਜੇ ਨਾਮ ਦੀ ਪ੍ਰਾਪਤੀ ਹੋਏ, ਉਹਨੇ ਨਾਮ ਜਪ ਜਪ ਕੇ, ਬਾਣੀ ਪੜ੍ਹ ਪੜ੍ਹ ਕੇ ਆਪਣੀ ਕਿਸਮਤ ਬਦਲ ਲੈਣੀ ਹੈ, ਉਹਦੀ ਕਿਸਮਤ ਬਦਲ ਲੈਣੀ। ਪਰਮਾਤਮਾ ਨੇ ਸੰਸਾਰ 'ਚ ਗੁਰੂ ਭੇਜੇ ਕਿ ਜਾਓ ਇਹਨਾਂ ਨੂੰ ਸਮੱਤ ਦਿਓ ਪਬਲਿਕ ਨੂੰ। ਇਹ ਮੇਰੇ ਬੱਚੇ ਨੇ, ਪਰਮਾਤਮਾ ਮੇਰੇ ਬੱਚੇ ਨੇ, ਪਰ ਇਹ ਅਗਿਆਨੀ ਨੇ, ਪੁੱਠੇ ਪਾਸੇ ਲੱਗੇ ਹੋਏ ਨੇ, ਇਹ ਦੁਖੀ ਨੇ। ਇਹਨਾਂ ਨੂੰ ਗਿਆਨ ਨਹੀਂ ਕਿ ਅਸੀਂ ਸੁਖੀ ਕਿਵੇਂ ਹੋਣਾ। ਜਾਓ ਤੁਸੀਂ ਸੰਸਾਰ 'ਤੇ ਇਹਨਾਂ ਨੂੰ ਗਿਆਨ ਦਿਓ, ਇਹ ਸੁਖੀ ਹੋਣ। ਅਤੇ ਜਿੰਨੇ ਵੀ ਪੀਰ, ਪੈਗੰਬਰ, ਰਿਸ਼ੀ, ਮੁਨੀ, ਗੁਰੂ ਆਏ ਸੰਸਾਰ 'ਚ, ਸਭ ਨੇ ਇਹੀ ਕਿਹਾ, ਭਾਈ ਚੰਗੇ ਕੰਮ ਕਰੋ, ਨਾਮ ਜਪੋ। ਹੁਣ ਅੱਗੋਂ ਮੰਨਦਾ ਨਹੀਂ ਮੰਨਦਾ, ਇਹ ਤਾਂ ਇਹਦੇ 'ਤੇ ਨਿਰਭਰ ਕਰਦਾ। ਜੇ ਬਦਕਿਸਮਤੀ ਰਹਿਣੀ ਹੈ, ਇਹ ਮੈਨੇ ਪਹਿਲਾਂ ਤਾਂ ਸੁਣਨਾ ਹੀ ਨਹੀਂ। ਸਤ ਸੰਗਤ ਕਰੇਗਾ ਤਾਂ ਸੁਣੇਗਾ। ਜਿਹਨੇ ਕਦੇ ਸਤ ਸੰਗਤ ਕਰਨੀ ਹੀ ਨਹੀਂ, ਗੁਰਦੁਆਰੇ 'ਤੇ ਬਹੁਤ ਲੋਕ ਆਉਂਦੇ ਨੇ, ਗੁਰੂ ਅੱਗੇ ਖਲੋ ਕੇ ਆਪਣੇ ਰੋਣੇ ਧੋਣੇ ਜਿਹੇ ਰੋਂਦੇ ਰਹਿੰਦੇ ਨੇ, ਆਹ ਦੇ ਦੇ, ਆਹ ਦੇ ਦੇ, ਆਹ ਦੇ ਦੇ, ਆਹ ਦੇ ਦੇ। ਗੁਰੂ ਦੀ ਗੱਲ ਕੋਈ ਨਹੀਂ ਬੈਠ ਕੇ ਸੁਣਦਾ। ਆਪਾਂ ਮੰਗ ਮੰਗੀ ਅਤੇ ਗੁਰੂ ਮਹਾਰਾਜ ਕਹਿੰਦੇ ਫਿਰ ਸਿੰਘਾ ਬੈਠ, ਮੈਂ ਤੈਨੂੰ ਦੱਸਦਾ। ਉਹ ਜੀ ਮੈਂ ਤਾਂ ਦਫ਼ਤਰ ਜਾਣਾ ਜੀ, ਉਹ ਜੀ ਮੇਰੇ ਤਾਂ ਸਕੂਲ ਦਾ ਟਾਈਮ ਹੋ ਗਿਆ, ਉਹ ਜੀ ਫਲਾਣਾ ਹੋ ਗਿਆ, ਮੇਰੇ ਕੋਲ ਤਾਂ ਬੈਠਣ ਨੂੰ ਟਾਈਮ ਨਹੀਂ ਹੈ। ਆਪਣੀ ਗੱਲ ਗੁਰੂ ਨੂੰ ਕਹਿਦੀ ਹੈ, ਗੁਰੂ ਦੀ ਗੱਲ ਸੁਣਨ ਲਈ ਮਨੁੱਖ ਕੋਲ ਟਾਈਮ ਨਹੀਂ। ਫਿਰ ਗੱਲ ਕਿਵੇਂ ਬਣੇਗੀ? ਫਿਰ ਗੱਲ ਕਿਵੇਂ ਬਣੇਗੀ? ਤੁਸੀਂ ਆਪ ਹੀ ਸੋਚ ਲਓ। ਨਿਰਾ ਗੁਰਦੁਆਰੇ ਜਾ ਕੇ ਗੱਲ ਨਹੀਂ ਬਣਿਆ ਕਰਦੇ। ਗੁਰੂ ਦੀ ਗੱਲ ਮੰਨਣ ਨਾਲ ਜ਼ਿੰਦਗੀ ਬਦਲਿਆ ਕਰਦੀ ਹੈ। ਆ ਕਥਾ ਵਾਰਤਾ ਤੋਂ ਕੀ ਭਾਵ ਹੈ? ਵੀ ਸਾਨੂੰ ਗੁਰੂ ਮਹਾਰਾਜ ਦੀ ਗੱਲ ਦੀ ਸਮਝ ਆਵੇ। ਬਈ ਗੁਰੂ ਮਹਾਰਾਜ ਸਾਨੂੰ ਕਹਿੰਦੇ ਕੀ ਨੇ? ਜਦੋਂ ਸਮਝ ਆਵੇਗੀ, ਸ਼ਾਇਦ ਸਾਡੇ 'ਚ ਕੋਈ ਨਾ ਕੋਈ ਮੰਨਣ ਲੱਗ ਜਾਏ ਅਤੇ ਆਪਣੀ ਜ਼ਿੰਦਗੀ ਬਦਲ ਲੈ। ਗੁਰੂ ਮਹਾਰਾਜ ਸਿੱਖ ਦੀ ਜ਼ਿੰਦਗੀ ਨੂੰ ਬਦਲਣ ਦੇ ਸਮਰੱਥ ਹਨ। 1708 ਈਸਵੀ, 1469 ਤੋਂ ਲੈ ਕੇ 1708 ਈਸਵੀ ਤੱਕ ਗੁਰੂ ਮਹਾਰਾਜ ਸਰੀਰ ਰੂਪ 'ਚ ਰਹੇ। ਉਹ ਸੰਸਾਰ ਦੇ ਸਿੱਖਾਂ ਦੇ ਦੁੱਖ ਦੂਰ ਕਰਦੇ ਰਹੇ। 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਕਿ ਅੱਗੇ ਤੋਂ ਹੈ ਸਿੱਖੋ, ਤੁਹਾਡਾ ਗੁਰੂ ਇਹ ਬਾਣੀ ਹੈ। ਬਾਣੀ ਜੋ ਅਸੀਂ ਤੁਹਾਡੇ ਕੰਮ ਕਰਦੇ ਸੀ, ਹੁਣ ਇਹ ਬਾਣੀ ਤੁਹਾਡਾ ਕੰਮ ਕਰਿਆ ਕਰੇਗੀ। ਅਤੇ ਬਾਣੀ ਤਾਂ ਹੀ ਕਰੇਗੀ ਜੇ ਅਸੀਂ ਬਾਣੀ ਪੜ੍ਹਾਂਗੇ, ਬਾਣੀ ਨੂੰ ਮੰਨਾਂਗੇ। ਨਿਰਾ ਬਾਣੀ ਨੂੰ ਮੱਥੇ ਟੇਕਣ ਨਾਲ ਨਹੀਂ ਗੱਲ ਬਣਦੀ। ਠੀਕ ਹੈ, ਮੱਥਾ ਟੇਕਣਾ ਸਾਡਾ ਫਰਜ਼ ਹੈ। ਹਰ ਸਿੱਖ ਦਾ ਫਰਜ਼ ਹੈ ਕਿ ਆਪਣੇ ਗੁਰੂ ਨੂੰ ਮੱਥਾ ਟੇਕੇ। ਇਹ ਬਾਣੀ ਜਿਹੜੀ ਹੈ ਗੁਰੂ ਹੈ, ਇਸ ਮੱਥਾ ਟੇਕਣਾ। ਫਿਰ ਬਾਣੀ ਪੜ੍ਹ ਪੜ੍ਹ ਕੇ ਆਪਣੀ ਕਿਸਮਤ ਨੂੰ ਬਦਲ ਲੈਣਾ ਹੈ। ਹੋਰ ਤਾਂ ਢੰਗ ਤਰੀਕੇ ਕੋਈ ਨਹੀਂ। ਰੋਣ ਪਿੱਟਣ ਨਾਲ ਕਿਸਮਤ ਨਹੀਂ ਬਦਲਿਆ ਕਰਦੀ। ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਕੇ ਵੀ ਕਿਸਮਤ ਨਹੀਂ ਬਦਲਦੀ। ਸਿਆਣੇ ਕਹਿੰਦੇ ਤੁਸੀਂ ਜਿੱਥੇ ਜਾਓਗੇ ਕਿਸਮਤ ਦੇ ਨਾਲ ਹੀ ਜਾਏਗੀ ਨਾ। ਆਮ ਕਹਾਵਤ, ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਪਿੰਡ ਛੱਡ ਕੇ ਲਾਹੌਰ ਗਿਆ, ਸ਼ਹਿਰ ਗਿਆ, ਵੀ ਹੋ ਸਕਦਾ ਕਿਸਮਤ ਬਦਲ ਜਾਏ। ਉਹ ਨਹੀਂ, ਕਿਸਮਤ ਦੇ ਨਾਲ ਹੀ ਅੱਗੇ ਪਿੰਡ 'ਚ ਵੀ ਭੁੱਖਾ ਅਤੇ ਸ਼ਹਿਰ 'ਚ ਵੀ ਭੁੱਖਾ। ਸਿਆਣਪ ਕੀ ਹੈ ਕਿ ਬਾਣੀ ਪੜ੍ਹੋ, ਨਾਮ ਜਪੋ, ਆਪਣੀ ਕਿਸਮਤ ਨੂੰ ਬਦਲ ਲਵੋ। ਹੋਰ ਕਿਸਮਤ ਨੂੰ ਬਦਲਣ ਦਾ ਕੋਈ ਢੰਗ ਤਰੀਕਾ ਹੀ ਨਹੀਂ ਹੈਗਾ। ਹੋਰ ਕੋਈ ਢੰਗ ਤਰੀਕਾ ਹੀ ਨਹੀਂ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕਿ ਵੱਡੇ ਭਾਗ ਹੋਣ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਤਾਂ ਬੰਦਾ ਨਾਮ ਜਪਦਾ, ਬਾਣੀ ਪੜ੍ਹਦਾ। ਕਰਨ ਕਰਾਵਨ ਆਪੇ ਆਪ, ਕਰਨ ਵਾਲਾ ਵੀ ਅਤੇ ਕਰਾਉਣ ਵਾਲਾ ਵੀ ਪਰਮਾਤਮਾ ਆਪ ਹੀ ਹੈ। ਕਿਉਂਕਿ ਸਮਰੱਥ ਹੈ। ਉਹ ਜੋ ਕਰਨਾ ਚਾਹੇ ਕਰ ਸਕਦਾ, ਜੋ ਕਿਸੇ ਜੀਵ ਤੋਂ ਕਰਾਉਣਾ ਚਾਹੇ ਉਹ ਕਰਵਾ ਸਕਦਾ ਹੈ। ਉਹਨੇ ਆਪਣੀ ਸਮਰੱਥਾ ਹੀ ਦੇਣੀ ਹੁੰਦੀ ਜੀਵ ਨੂੰ।
ਆਪਣੀ ਸਿਰਫ ਸਮਰੱਥਾ ਦੇਣੀ ਹੁੰਦੀ ਹੈ। ਜਦੋਂ ਜੀਵ ਨੂੰ ਆਪਣੀ ਸਮਰੱਥਾ ਦਿੰਦਾ ਹੈ, ਫਿਰ ਉਸ ਜੀਵ ਤੋਂ ਜੋ ਮਰਜ਼ੀ ਕਰਵਾ ਲਓ। ਸਦਾ ਸਦਾ ਨਾਨਕ ਹਰ ਜਾਪ, हे ਭਾਈ ਸਦਾ ਹੀ ਹਰੀ ਦਾ ਜਾਪ ਕਰੋ, ਸਦਾ ਹੀ ਪਰਮਾਤਮਾ ਦਾ ਸਿਮਰਨ ਕਰੋ। ਉੱਠਦੇ ਬੈਠਦੇ ਤੁਰਦੇ ਫਿਰਦੇ, ਇਹ ਇੱਕ ਦੋ ਦਿਨਾਂ 'ਚ ਆਦਤ ਨਹੀਂ ਪੈਣੀ। ਆਪਾਂ ਸੰਸਾਰੀ ਜੀਵ, ਸੰਸਾਰੀ ਲੋਕਾਂ, ਦੇਖੋ ਹਰ ਇੱਕ ਇਨਸਾਨ ਦੇ ਵਿੱਚ, ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀ, ਹਰ ਇੱਕ ਇਨਸਾਨ ਦੇ ਵਿੱਚੋਂ ਲਹਿਰਾਂ ਨਿਕਲਦੀ, ਜਿਹਨੂੰ ਵੇਵਜ਼ ਕਹਿੰਦੇ ਇੰਗਲਿਸ਼। ਜਿਹੜੇ ਥੋੜ੍ਹੀ ਬਹੁਤੀ ਸਾਇੰਸ ਪੜ੍ਹਨ ਨੂੰ ਪਤਾ ਵੀ ਇਹ ਜਿਹੜੀ ਵੇਵਜ਼ ਨੇ, ਅਲਫਾ ਬੀਟਾ ਥੀਟਾ ਗਾਮਾ, ਇਹ ਇਸ ਤਰ੍ਹਾਂ ਵੇਵਜ਼ ਹੁੰਦੀਆਂ। ਕੁਝ ਲਹਿਰਾਂ ਚੰਗੀਆਂ ਨੇ, ਕੁਝ ਮਾੜੀਆਂ ਨੇ। ਜਿਹੜੇ ਸੰਤ ਮਹਾਤਮਾ ਹੁੰਦੇ ਨੇ, ਗੁਰੂ ਪੀਰ ਹੁੰਦੇ ਨੇ, ਇਹਨਾਂ 'ਚੋਂ ਚੰਗੀਆਂ ਲਹਿਰਾਂ ਨਿਕਲਦੀਆਂ। ਉਹ ਲਹਿਰਾਂ ਫਿਰ ਸਾਡੇ 'ਤੇ ਅਸਰ ਕਰਦੀਆਂ ਅਤੇ ਸਾਨੂੰ ਵੀ ਚੰਗੀਆਂ ਬਣਾਉਂਦੀਆਂ ਨੇ। ਸਾਧੂਆਂ ਦੇ ਵਿੱਚ ਜਿਹੜੀਆਂ ਲਹਿਰਾਂ ਨਿਕਲਦੀਆਂ ਸ਼ਾਂਤੀ ਦੀਆਂ ਨਿਕਲਦੀਆਂ, ਕਿਉਂਕਿ ਸ਼ਾਂਤ ਸੁਭਾਅ ਦੇ ਹੁੰਦੇ ਨੇ। ਉਹ ਜੋ ਲਹਿਰਾਂ ਸਾਨੂੰ ਟਕਰਾਉਂਦੀਆਂ, ਸਾਨੂੰ ਵੀ ਕੁਝ ਸਮੇਂ ਲਈ ਸ਼ਾਂਤੀ ਮਿਲਦੀ ਹੈ, ਕਿਉਂਕਿ ਅਸੀਂ ਉਹਦੇ 'ਚ ਸਾਹਮਣੇ ਬੈਠੇ ਹਾਂ। ਜੇ ਕਿਸੇ ਡਾਕੂ ਦੇ ਸਾਹਮਣੇ ਬਹਿ ਜਾਓ ਤਾਂ ਫਿਰ ਤਰੇਲੀ ਆਉਣਗੇ। ਭਾਵੇਂ ਦੇਖੋ, ਡਾਕੂ ਨੂੰ ਭਾਵੇਂ ਤੁਸੀਂ ਸਾਧੂ ਵਾਲੇ ਕੱਪੜੇ ਪਾ ਦਿਓ, ਬਾਹਰੋਂ ਸਾਧੂ ਲੱਗੂ, ਜਦ ਤੁਸੀਂ ਉਹਦੇ ਸਾਹਮਣੇ ਬੈਠੋਗੇ ਨਾ ਡਰ ਜਾਓਗੇ। ਕਿਉਂ? ਉਹਦੇ ਵਿੱਚੋਂ ਐਸੀਆਂ ਲਹਿਰਾਂ ਨਿਕਲਦੀਆਂ ਨੇ। ਕਿਉਂ? ਉਹਨੇ ਸਾਰੀ ਉਮਰ ਲੋਕਾਂ ਨੂੰ ਵੱਢਿਆ ਟੁੱਕਿਆ, ਡਾਕੇ ਮਾਰੇ, ਉਹਦੇ ਜ਼ੁਲਮ ਕੀਤੇ। ਉਹਦੇ ਤਰਸ ਭਾਵਨਾ ਹੀ ਨਹੀਂ ਹੁੰਦੀ। ਉਹਦੇ ਵਿੱਚ ਡਰਾਉਣੀਆਂ ਲਹਿਰਾਂ ਨਿਕਲ ਕੇ ਸਾਨੂੰ ਡਰਾਉਂਦੀਆਂ ਨੇ। ਭਾਵੇਂ ਪਵਾ ਦਿਓ ਸਾਧੂ ਵਾਲੇ ਕੱਪੜੇ, ਕਿਸੇ ਸਾਧੂ ਨੂੰ ਡਾਕੂ ਵਾਲੇ ਕੱਪੜੇ ਪਵਾ ਦਿਓ, ਪਰ ਜਦ ਤੁਸੀਂ ਉਹਦੇ ਕੋਲ ਬੈਠੋਗੇ, ਜਿਹੜਾ ਦੇਖਣ ਨੂੰ ਡਾਕੂ ਹੈ, ਫਿਰ ਵੀ ਤੁਹਾਡੇ ਮਨ ਨੂੰ ਸ਼ਾਂਤੀ ਆਵੇਗੀ, ਕਿਉਂਕਿ ਲਹਿਰਾਂ ਤਾਂ ਸਾਧੂ ਵਾਲੇ ਨਿਕਲ ਰਹੀਆਂ ਹਨ। ਇਸ ਲਈ ਸਦਾ ਉਹਦਾ ਨਾਮ ਜਪੀ ਜਾਈਦਾ, ਜਪੀ ਜਾਈਦਾ ਹੈ, ਕਿਉਂਕਿ ਸਭ ਕੁਝ ਕਰਨ ਕਰਾਉਣ ਵਾਲਾ ਉਹੀ ਹੈ। ਕਰਨ ਵਾਲਾ ਵੀ, ਕਰਾਉਣ ਵਾਲਾ ਵੀ, ਉਹ ਸਭ ਉਹੀ ਹੈ। ਅਸੀਂ ਤਾਂ ਉਹਦਾ ਨਾਮ ਜਪਣਾ ਹੈ। ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਜ ਸਵਾਰਤਾ। ਹੇ ਪਰਮਾਤਮਾ, ਜਿਹੜੇ ਤੇਰੀ ਭਜਨ ਬੰਦਗੀ ਕਰਦੇ ਨੇ, ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ। ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ। ਇਹ ਬਾਣੀ 'ਚ ਲਿਖਿਆ ਹੋਇਆ ਹੈ, ਅਤੇ ਬਾਣੀ 'ਚ ਜੋ ਲਿਖਿਆ ਉਹ ਸੱਚ ਲਿਖਿਆ। ਬਾਣੀ ਦੇ ਵਿੱਚ ਜੋ ਲਿਖਿਆ ਉਹ ਸੱਚ ਲਿਖਿਆ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਇਸੀ ਸੱਚ ਕੀ ਬਿਲ। ਇਹ ਤਾਂ ਰੱਬੀ ਬਾਣੀ ਹੈ, ਇਹ ਤਾਂ ਸੱਚੀ ਬਾਣੀ ਹੈ। ਅਤੇ ਬਾਣੀ 'ਚ ਲਿਖਿਆ, ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਜ ਸਵਾਰਤ। ਹੇ ਪਰਮਾਤਮਾ, ਜਿਹੜੇ ਤੇਰੀ ਭਜਨ ਬੰਦਗੀ ਕਰਦੇ, ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ। ਅਸੀਂ ਕਦੇ ਕਿਤੇ ਸਿਫਾਰਿਸ਼ਾਂ ਲਾਉਂਦੇ ਹਾਂ, ਕਦੇ ਪੈਸਾ ਦਿੰਦੇ ਹਾਂ, ਕਦੇ ਗੇੜੇ ਲਾਉਣੇ, ਕਦੇ ਦਫ਼ਤਰਾਂ ਦੇ ਚੱਕਰ ਲਾਉਣੇ ਹਾਂ, ਉਹ ਕਾਰਜ ਅਟਕੇ ਹੀ ਰਹਿੰਦੇ ਨੇ। ਭਜਨ ਬੰਦਗੀ ਕਰਦੇ ਨਹੀਂ, ਭਜਨ ਬੰਦਗੀ ਕਰਦੇ ਨਹੀਂ, ਕਾਰਜ ਰਾਸ ਸਾਡੇ ਹੁੰਦੇ ਨਹੀਂ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਕਰਨ ਕਰਾਵਣ ਕਰਨਾ ਹਾਰ। ਕਰਨ ਕਰਾਉਣ ਵਾਲਾ ਪਰਮਾਤਮਾ ਹੈ। ਇਸ ਕੈ ਹਾਥ ਕਹਾ ਵਿਚਾਰ। ਇਹਨੂੰ ਕਹਾ ਨਹੀਂ ਪੜ੍ਹਨਾ। ਕਹਾ ਹੁੰਦਾ, ਕਹਾ ਦੇ ਦੋ ਅਰਥ ਹੁੰਦੇ ਨੇ। ਇੱਕ ਤਾਂ ਹੁੰਦਾ ਕਹਾ ਮੈਨੇ ਆਖਾਂ, ਕੁਦਰਤ ਕਵਨ ਕਹਾ ਵਿਚਾਰ, ਉਹ ਹੈ ਆਖਾਂ। ਦੂਜੇ ਕਹਾ ਆਪ ਕਹਾਂ ਜਾ ਰਹੇ हैं, आप कहाँ से आ रहे हैं, किथों। पर कहा ਦੇ ਅਰਥ ਜਿਹੜੇ ਨੇ, कहा ਦਾ ਇੱਕ अर्थ है ਕਿਹਾ। उसने कहा, उसने मुझे कहा वहाँ जाओ, कहा मैंने आख्या। ਦੂਜਾ ਤੀਜਾ ਚੌਥਾ ਦਾ ਅਰਥ ਹੁੰਦਾ ਕੀ, ਕਿਉਂ, ਕਿਵੇਂ। ਕਹਾ ਦੇ ਅਰਥ ਹੈ ਆਖਿਆ, ਕਿਹਾ। ਦੂਜਾ ਕੀ, ਕਿਉਂ, ਕਿਵੇਂ। ਇਸਕੇ ਹਾਥ ਕਹਾ ਵਿਚਾਰ। ਇਹਦੇ ਹੱਥ 'ਚ ਕੀ ਹੈ?
ਵਿਚਾਰ ਕਰਕੇ ਵੇਖ ਲਓ, ਭਾਵੇਂ ਦੇ ਹੱਥ ਕੁਝ ਵੀ ਨਹੀਂ। ਇਹਦੇ ਹੱਥ 'ਚ ਕੀ ਹੈ? ਮਨੁੱਖ ਦੇ ਹੱਥ 'ਚ ਕੀ ਹੈ? ਇਹਦੇ ਹੱਥ 'ਚ ਕੁਝ ਵੀ ਨਹੀਂ, ਕਿਉਂਕਿ ਕਰਨ ਕਰਾਉਣ ਵਾਲਾ ਤਾਂ ਉਹ ਹੈ। ਸਾਰੀ ਸ਼ਕਤੀ ਤਾਂ ਪਰਮਾਤਮਾ ਕੋਲ ਹੈ। ਉਹ ਜਿੰਨੀ ਕੁ ਮਨੁੱਖ ਨੂੰ ਸ਼ਕਤੀ ਦਿੰਦਾ ਉਨੀ ਕੁ ਵਰਤ ਲੈਂਦਾ। ਇਹਦੇ ਆਪਣੇ ਹੱਥ ਵਿੱਚ ਕੁਛ ਨਹੀਂ ਹੈ। ਇਹ ਤਾਂ ਐਵੇਂ ਹਉਮੈ ਕਰਦਾ ਰਹਿੰਦਾ, ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਜਿਹੋ ਜਿਹੀ ਪਰਮਾਤਮਾ ਦ੍ਰਿਸ਼ਟੀ ਕਿਸੇ ਜੀਵ 'ਤੇ ਕਰਦਾ, ਜੀਵ ਉਹੇ ਜਿਹਾ ਹੀ ਹੋ ਜਾਂਦਾ ਹੈ। ਉਹ ਜਿਸ ਨਜ਼ਰ ਨਾਲ ਕਿਸੇ ਨੂੰ ਵੇਖਦਾ ਨਾ, ਬੰਦਾ ਉਹੇ ਜਿਹਾ ਹੀ ਹੋ ਜਾਂਦਾ। ਹੁਣ ਜੇ ਕਿਤੇ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਜਦੋਂ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਵੱਲ ਪਰਮਾਤਮਾ ਨੇ ਵੇਖਿਆ, ਮੇਰੇ ਸਾਰੇ ਹੀ ਦੁੱਖ ਕਦੇ ਦੂਰ ਕਰਦੇ। ਉਹ ਜਿਸ ਢੰਗ ਨਾਲ ਵੇਖਦਾ ਨਾ, ਬੰਦਾ ਉਹੇ ਜਿਹਾ ਹੀ ਹੋ ਜਾਂਦਾ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਆਪੇ ਆਪ ਪ੍ਰਭ ਸੋਏ। ਪਰਮਾਤਮਾ ਸਭ ਕੁਛ ਆਪ ਹੀ ਆਪ ਹੈ। ਉਹ ਕਿਸੇ ਤੋਂ ਸਲਾਹ ਨਹੀਂ ਲੈਂਦਾ ਕੀ ਕਰਨਾ ਕੀ ਨਹੀਂ ਕਰਨਾ। ਆਪਾਂ ਤਾਂ ਇਹਨੇ ਸਮਰੱਥ ਨਹੀਂ ਨਾ, ਸਾਡੀ ਤਾਂ ਇੰਨੀ ਹਿੰਮਤ ਨਹੀਂ ਨਾ, ਇਸ ਲਈ ਸਾਨੂੰ ਦੂਜਿਆਂ ਤੋਂ ਸਲਾਹ ਲੈਣੀ ਪੈਂਦੀ। ਕਈ ਵਾਰੀ ਆਪਾਂ ਸਲਾਹ ਲੈਂਦੇ ਨਹੀਂ, ਦੂਜੀ ਉਂਝੀ ਸਲਾਹਾਂ ਆ ਕੇ ਦੇਈ ਜਾਂਦੇ ਨੇ। ਕਈ ਵਾਰ ਤੁਸੀਂ ਕਿਸੇ ਤੋਂ ਸਲਾਹ ਨਾ ਵੀ ਲਓ, ਉਹ ਤੁਹਾਨੂੰ ਆ ਕੇ ਸਲਾਹ ਦੇਣ ਲੱਗਦਾ। ਜਿਵੇਂ ਹਿੰਦੁਸਤਾਨ 'ਚ ਹਰ ਇੱਕ ਬੰਦਾ ਡਾਕਟਰ ਹੈ। ਤੁਸੀਂ ਬਿਮਾਰ ਹੋ ਗਏ, ਇਹ ਕਹੂਗਾ ਉਹ ਜੋ ਹੋਮੋਪੈਥੀ ਵਾਲਾ ਡਾਕਟਰ ਬੜਾ ਪ੍ਰਸਿੱਧ, ਤੁਸੀਂ ਉਹ ਹੋਮੋਪੈਥੀ ਦਵਾਈ ਲੈ ਲਓ। ਦੂਜਾ ਕਹੇਗਾ ਆਯੁਰਵੈਦਿਕ ਵਾਲਾ ਬੜਾ, ਤੁਸੀਂ ਉਹ ਤੋਂ ਲੈ ਲਓ। ਦੂਜਾ ਕਹੇ ਫਲਾਣੇ ਹਸਪਤਾਲ ਤੋਂ ਲੈ ਲਓ। ਕੋਈ ਕਹਿੰਦਾ ਕਾੜਾ ਬਣਾ ਕੇ ਪੀ ਲਓ, ਕੋਈ ਕਹਿੰਦਾ ਫਲਾਣਾ ਫਲ ਖਾ ਲਓ। ਇਹ ਮੌਜ ਹੈ। ਇਹ ਤਾਂ ਮੌਜ ਹੈ। ਬਿਨਾਂ ਮੰਗਿਆਂ ਸਲਾਹ ਮਸ਼ਵਰਾ ਮਿਲਦਾ ਹੈ, ਬਿਨਾਂ ਮੰਗੇ। ਤੁਸੀਂ ਕੁਝ ਕਿਹਾ ਨਹੀਂ, ਬੇਨਤੀ ਨਹੀਂ ਕੀਤੀ ਮੈਨੂੰ ਕੋਈ ਸਲਾਹ ਦਿਓ, ਉਹ ਆਪੇ ਹੀ ਆ ਕੇ ਸਲਾਹਾਂ ਦੇਈ ਜਾਂਦੇ। ਕਿਉਂਕਿ ਸਾਡਾ ਦਾਨੀ ਸੁਭਾਅ ਨਾ, ਅਸੀਂ ਮੁਫਤ ਸਲਾਹਾਂ ਦਿੰਦੇ। ਡਾਕਟਰ ਅਤੇ ਵਕੀਲ ਕਦੇ ਵੀ ਤੁਹਾਨੂੰ ਮੁਫਤ ਸਲਾਹ ਨਹੀਂ ਦੇਵੇ। ਕਹਿ ਪਹਿਲਾਂ ਮੇਰੀ ਫੀਸ ਦਿਓ। ਤੁਸੀਂ ਕਿਸੇ ਵਕੀਲ ਕੋਲ ਚਲੋ ਜੀ, ਮੈਂ ਤੈਨੂੰ ਵਕੀਲ ਕਰਨਾ, ਆਹ ਮੇਰੇ 'ਤੇ ਮੁਕੱਦਮਾ ਚੱਲਦਾ, ਕਹਿੰਦਾ ਪਹਿਲਾਂ ਇਹਨੇ ਫੀਸ ਦੇ, ਫਿਰ ਮੈਂ ਤੇਰੇ ਨਾਲ ਗੱਲ ਕਰਾਂਗਾ। ਡਾਕਟਰ ਕੋਲ ਚਲੇ ਜਾਓ, ਕਿ ਹਾਂਜੀ ਭਾਈ 250-300 ਪਹਿਲਾਂ ਬਾਹਰ ਜਮ੍ਹਾਂ ਕਰਾ ਕੇ ਆਓ ਜੀ, ਫਿਰ ਆਇਆ ਮੇਰੇ ਕੋਲ। ਇਸ ਲਈ ਉਹਨਾਂ ਦੀ ਕੀਮਤ ਹੈ, ਕਿਉਂਕਿ ਕੁਝ ਸਲਾਹ ਦਿੰਦੇ ਹੀ ਨਹੀਂ। ਉਹ ਮੁਫਤ ਸਲਾਹ ਹੀ ਨਹੀਂ ਦਿੰਦੇ, ਇਸ ਲਈ ਉਹਨਾਂ ਦੀ ਸਲਾਹ ਦੀ ਕੀਮਤ ਹੈ। ਅਸੀਂ ਮੁਫਤ ਸਲਾਹਾਂ ਦਿੰਦੇ ਰਹਿੰਦੇ ਹਾਂ, ਇਸ ਲਈ ਸਾਡੀ ਕਿਸੇ ਸਲਾਹ ਸੁਣੀ, ਕਿਸੇ ਨਾ ਸੁਣੀ, ਸੁਣੀ ਅਣਸੁਣੀ ਕਰਦੇ ਹਾਂ। ਕਿਉਂਕਿ ਮੁਫਤ ਹੀ ਹੁੰਦਾ। ਮੁਫਤ ਦੀ ਲੋਕ ਕਦਰ ਘੱਟ ਪਾਉਂਦੇ ਨੇ। ਪੈਸੇ ਲੈ ਕੇ ਤੁਸੀਂ ਚੀਜ਼ ਦਿਓ, ਫਿਰ ਉਹਦੀ ਕਦਰ ਪਾਉਂਦੇ ਨੇ। ਤੁਸੀਂ ਕਿਸੇ ਨੂੰ ਮੁਫਤ ਦਵਾਈ ਦੇ ਆਵੋ, ਹੋ ਸਕਦਾ ਤੁਹਾਡੀ ਦਵਾਈ ਵਰਤੇ ਹੀ ਨਾ, ਪੀਵੇ ਹੀ ਨਾ, ਕਿਉਂ ਮੁਫਤ ਮਿਲੀ ਹੋਈ ਹੈ। ਜੇ 200-300 ਦੀ ਲਈ ਹੋਵੇ, ਫਿਰ ਰੱਖਦਾ ਹਾਂ ਇਹ 3 ਵਾਰੀ ਖਾਣੀ ਜਾਂ 3 ਵਾਰੀ ਪੀਣੀ। ਹਾਂਜੀ, ਇਸ ਲਈ ਪਰਮਾਤਮਾ ਆਪਣੇ ਆਪ 'ਚ ਹੈ, ਉਹ ਕਿਸੇ ਤੋਂ ਕੋਈ ਸਲਾਹ ਨਹੀਂ ਲੈਂਦਾ। ਆਪੇ ਆਪ ਪ੍ਰਭ ਸੋਏ। ਜੋ ਕੁਛ ਕੀਨੋ ਸੋ ਆਪਣੇ ਰੰਗ। ਪਰਮਾਤਮਾ ਨੇ ਜੋ ਕੁਝ ਵੀ ਕੀਤਾ ਆਪਣੀ ਮੌਜ 'ਚ ਆ ਕੇ ਕੀਤਾ ਹੈ। ਕਿਸ ਤੋਂ ਸਲਾਹ ਮਸ਼ਵਰਾ ਨਹੀਂ ਲਿਆ ਕਿ ਮੈਂ ਐਂ ਕਰਾਂ ਕਿ ਨਾ ਕਰਾਂ। ਪਰਮਾਤਮਾ ਨੇ ਜੋ ਕੁਝ ਵੀ ਕੀਤਾ ਆਪਣੇ ਰੰਗ, ਆਪਣੀ ਮੌਜ 'ਚ ਆ ਕੇ ਕੀਤਾ। ਸਭ ਤੇ ਦੂਰ ਸਭੂ ਕੈ ਸੰਗ। ਸਭੂ ਹਾਹੇ 'ਤੇ ਟਿੱਪੀ ਲਾਉਣੀ ਹੈ, ਸਾਰਿਆਂ ਦੇ, ਕੈ ਮੈਨੇ ਨਾਲ। ਸਭ ਤੇ ਦੂਰ, ਦੇਖਣ ਨੂੰ ਪਰਮਾਤਮਾ ਹਰ ਇੱਕ ਤੋਂ ਦੂਰ ਹੈ। ਵੈਸੇ ਸਭੂ ਕੈ ਸੰਗ, ਪਰ ਸਾਰਿਆਂ ਦੇ ਨਾਲ ਹੈ, ਕਿਉਂਕਿ ਸਾਡੇ ਅੰਦਰ ਵਸਦਾ। ਪਰਮਾਤਮਾ ਸਾਡੇ ਅੰਦਰ ਵਸਦਾ, ਇਸ ਲਈ ਸਾਡੇ ਨਾਲ ਹੈ। ਪਰ ਕਿਉਂਕਿ ਦਿਸਦਾ ਨਹੀਂ,
ਇਸ ਲਈ ਹਾਲੇ ਤਾਂ ਬਹੁਤ ਕਿਤੇ ਦੂਰ ਹੈ। ਜੇ ਕਿਸੇ ਨੂੰ ਪੁੱਛ ਲਓ ਥੋੜ੍ਹੀ ਵੀ ਭਜਨਬੰਦੀ ਕਰਨ ਹੋਏ ਵੀ ਰੱਬ ਕਿੱਥੇ ਰਹਿੰਦਾ, ਉਹ ਕੋਈ ਸੱਚਖੰਡ ਵਸੈ ਨਿਰੰਕਾਰ, ਪਹਿਲਾਂ ਕਹੂਗਾ ਵੀ ਸੱਚਖੰਡ ਵਸਦਾ ਹੈ। ਉਹਨੂੰ ਕਹੇ ਕਿਤੇ ਹੋਰ ਵੀ ਵਸਦਾ, ਉਹ ਕਹੋ ਹਾਂਜੀ ਹਰ ਇੱਕ ਸਰੀਰ ਦੇ ਵਿੱਚ ਵਸਦਾ ਹੈ। ਉਹ ਕਿਤੇ ਹੋਰ ਵੀ ਵਸਦਾ ਹੈ। ਜੇ ਅੱਗੇ ਗਿਆ ਨਾ ਕਹੋ ਜੀ ਹਰ ਥਾਂ 'ਤੇ ਵਸਦਾ ਹੈ। ਥਾਨ ਥਨੰਤ, ਐਸੀ ਕੋਈ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਵਸਦਾ। ਉਹ ਸਭ ਥਾਂ 'ਤੇ ਵਸਦਾ, ਸਭ ਦੇ ਨਾਲ ਵਸਦਾ ਹੈ। ਬੂਝੈ ਦੇਖੈ ਕਰੈ ਵਿਵੇਕ, ਉਹ ਜੋ ਕੁਛ ਉਸਨੂੰ ਬਣਾਇਆ ਨਾ, ਬੂਝੈ ਉਸ ਨੂੰ ਜਾਣਦਾ ਹੈ। ਉਹ ਆਪਣੀ ਸ੍ਰਿਸ਼ਟੀ ਨੂੰ ਜਾਣਦਾ ਹੈ। ਦੇਖੈ, ਉਹਨੇ ਜੋ ਬਣਾਇਆ ਉਸ ਨੂੰ ਵੇਖਦਾ ਵੀ ਹੈ। ਕਰੈ ਵਿਵੇਕ, ਅਤੇ ਫਿਰ ਵਿਚਾਰ ਵੀ ਕਰਦਾ ਹੈ। ਉਹਨਾਂ ਬਾਰੇ ਵਿਚਾਰ ਵੀ ਕਰਦਾ ਹੈ, ਸਮਝਦਾ ਹੈ, ਜਾਣਦਾ ਹੈ, ਦੇਖਦਾ ਹੈ, ਉਹਨਾਂ 'ਤੇ ਵਿਚਾਰ ਕਰਦਾ ਹੈ। ਆਪੈ ਏਕ ਆਪੈ ਅਨੇਕ, ਪਰਮਾਤਮਾ ਇੱਕ ਵੀ ਹੈ ਇਸ ਲਈ ਉਹਨੂੰ ਕਿ ਇੱਕ, ਉਹ ਅਨੇਕ ਵੀ ਹੈ ਇਸ ਲਈ ਕਿਹਾ ਓਅੰਕਾਰ। ਪਰਮਾਤਮਾ ਦੇ ਦੋ ਸਰੂਪ ਨੇ, ਨਿਰਗੁਣ ਅਤੇ ਸਰਗੁਣ। ਨਿਰਗੁਣ ਜਿਹੜਾ ਸਾਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਸਰਗੁਣ ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਹੈ। ਜੋ ਕੁਛ ਵੀ ਦਿਸ ਰਿਹਾ ਹੈ, ਗੁਰਬਾਣੀ ਕਹਿੰਦੇ ਜੋ ਦੀਸੈ ਸੋ ਤੇਰਾ ਰੂਪ, ਹੇ ਪਰਮਾਤਮਾ ਜੋ ਕੁਝ ਵੀ ਦਿਸ ਰਿਹਾ ਉਹ ਤੇਰਾ ਹੀ ਰੂਪ ਹੈ। ਅਸੀਂ ਹਾਂ ਓਅੰਕਾਰ। ਪਰਮਾਤਮਾ ਇੱਕ ਹੈ, ਉਹ ਨਿਰਗੁਣ ਹੈ, ਉਸੇ ਤੋਂ ਹੀ ਓਅੰਕਾਰ ਬਣਿਆ ਹੋਇਆ ਹੈ। ਪਰਮਾਤਮਾ ਤੋਂ ਹੀ ਸਭ ਕੁਛ ਬਣਿਆ ਹੋਇਆ ਹੈ। ਇਸ ਲਈ ਆਪੈ ਏਕ ਆਪੈ ਅਨੇਕ, ਉਹ ਆਪ ਹੀ ਇੱਕ ਹੈ, ਆਪ ਹੀ ਅਨੇਕ ਹੈ। ਮਰੈ ਨ ਬਿਨਸੈ ਆਵੈ ਨ ਜਾਏ, ਇਹ ਜਿਹੜਾ ਨੰਨਾ ਸ਼ਬਦ ਹੈ, ਇੱਕ ਸ਼ਬਦ ਹੁੰਦਾ ਦੇਹਲੀ ਦੀਪਕ। ਦੇਹਲੀ ਦੀਪਕ ਉਹ ਦੀਵਾ ਜਿਹੜਾ ਦਰਵਾਜ਼ੇ ਵਿੱਚ ਜਗਾਇਆ ਜਾਂਦਾ। ਦਰਵਾਜ਼ੇ ਦੇ ਵਿੱਚ ਤੁਸੀਂ ਦੀਵਾ ਜਗਾ ਦਿਓ, ਵਿਹੜੇ 'ਚ ਵੀ ਚਾਨਣ ਹੋਏਗਾ, ਕਮਰੇ ਦੇ ਵਿੱਚ ਵੀ ਚਾਨਣ ਹੋਏਗਾ, ਉਹ ਦੋਨੋਂ ਪਾਸੇ ਲੱਗਦਾ। ਉਹ ਦੀਵਾ ਜਿਹਦਾ ਚਾਨਣ ਵਿਹੜੇ 'ਚ ਵੀ ਹੋਵੇ, ਬਾਹਰ ਵੀ ਹੋਵੇ ਅਤੇ ਅੰਦਰ ਵੀ ਹੋਵੇ, ਉਹਨੂੰ ਕਹਿੰਦੇ ਦੇਹਲੀ ਦੀਪਕ। ਇਹ ਜਿਹੜਾ ਇੱਥੇ ਨੰਨਾ ਸ਼ਬਦ ਹੈ ਨਾ, ਉਹ ਦੇਹਲੀ ਦੀਪਕ ਹੈ। ਉਹ ਮਰੈ ਦੇ ਨਾਲ ਵੀ ਲੱਗੇਗਾ, ਬਿਨਸੇ ਦੇ ਨਾਲ ਵੀ ਲੱਗੇਗਾ, ਆਵੈ ਦੇ ਨਾਲ ਵੀ ਲੱਗੇਗਾ, ਜਾਏ ਦੇ ਨਾਲ ਵੀ ਲੱਗੇਗਾ। ਤਾਂ ਜਦੋਂ ਆਪਾਂ ਅਰਥ ਕਰਾਂਗੇ ਆਪਾਂ ਕਹਾਂ ਮਰੈ ਨਾ ਬਿਨਸੈ, ਆਵੈ ਨਾ ਜਾਏ, ਇਸ ਤਰ੍ਹਾਂ ਕਰਾਂਗੇ ਅਰਥ। ਇਹ ਦੇਹਲੀ ਦੇ ਮਰੇ ਨਾਲ ਵੀ ਨੰਨਾ ਲੱਗੂਗਾ ਅਤੇ ਬਿਰਸੇ ਨਾਲ ਵੀ ਲੱਗੇਗਾ, ਆਵੈ ਨਾਲ ਵੀ ਲੱਗੇਗਾ, ਜਾਏ ਨਾਲ ਵੀ ਲੱਗੇਗਾ। ਪਰਮਾਤਮਾ ਮਰੈ ਨਾ ਬਿਨਸੈ, ਨਾ ਮਰਦਾ ਹੈ ਨਾ ਨਾਸ ਹੁੰਦਾ ਹੈ। ਆਵੈ ਨਾ, ਉਹ ਸੰਸਾਰ 'ਤੇ ਆਉਂਦ ਭਾ ਜੰਮਦਾ ਨਹੀਂ, ਨਾ ਜਾਏ ਮਰਦਾ ਨਹੀਂ। ਪਰਮਾਤਮਾ ਨਾ ਮਰਦਾ ਹੈ, ਨਾ ਨਾਸ਼ ਹੁੰਦਾ, ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਹੈ, ਨਾ ਜਾਂਦਾ ਹੈ। ਉਹ ਤਾਂ ਸਦਾ ਹੀ ਹੈ, ਕਿਉਂਕਿ ਜੇ ਉਹੀ ਬਿਨਸ ਗਿਆ ਤਾਂ ਫਿਰ ਅਸੀਂ ਕਾਹਦੇ ਹਾਂ। ਸਾਰੀ ਸ੍ਰਿਸ਼ਟੀ ਬਿਨਸ ਸਕਦੀ ਹੈ, ਪਰਮਾਤਮਾ ਹਮੇਸ਼ਾ ਰਹੇਗਾ। ਉਹਦੀ ਆਪਣੀ ਮਰਜ਼ੀ ਹੈ, ਜਦੋਂ ਮਰਜ਼ੀ ਸ੍ਰਿਸ਼ਟੀ ਬਣਾ ਦੇ, ਜਦੋਂ ਮਰਜ਼ੀ ਸਾਰੀ ਦੀ ਸਾਰੀ ਨੂੰ ਲੈ ਕਰਦੇ। ਨਾਨਕ ਸਦ ਹੀ ਰਿਹਾ ਸਮਾਏ, ਗੁਰੂ ਮਹਾਰਾਜ ਪਰਮਾਤਮਾ ਦੇ ਸਦਾ ਹੀ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਉਹ ਤਾਂ ਸਦਾ ਹੀ ਹੈ। ਅੱਗੇ ਕਹਿੰਦੇ ਆਪ ਉਪਦੇਸੈ ਸਮਝੈ ਆਪ, ਆਪ ਹੀ ਉਪਦੇਸ਼ ਦੇ ਰਿਹਾ, ਆਪ ਹੀ ਜੀਵਨ ਦੇ ਵਿੱਚ ਬੈਠ ਕੇ ਉਸ ਉਪਦੇਸ਼ ਨੂੰ ਸਮਝ ਰਿਹਾ ਹੈ। ਜਿਵੇਂ ਮੇਰੇ 'ਚ ਬੈਠਾ ਪਰਮਾਤਮਾ ਬੋਲ ਰਿਹਾ ਹੈ ਅਤੇ ਤੁਹਾਡੇ ਵਿੱਚ ਬੈਠਾ ਸੁਣ ਰਿਹਾ ਹੈ, ਬਸ ਸਾਡਾ ਤਾਂ ਵੀ ਨਾਂ ਹੈ। ਦੇਖਣ ਨੂੰ ਜੈਮਲ ਸਿੰਘ ਕਥਾ ਕਰ ਰਿਹਾ, ਠੀਕ ਹੈ, ਸਰੀਰ ਜੈਮਲ ਸਿੰਘ ਦਾ ਹੈ, ਕਥਾ ਤਾਂ ਪਰਮਾਤਮਾ ਕਰ ਰਿਹਾ ਹੈ। ਦੇਖਣ ਨੂੰ ਤੁਹਾਡੇ ਸਰੀਰ ਨੇ, ਤੁਸੀਂ ਸੁਣ ਰਹੇ ਹੋ। ਧਰਮ ਕਹਿੰਦਾ ਤੁਹਾਡੇ ਵਿੱਚ ਬੈਠਾ ਪਰਮਾਤਮਾ ਸੁਣ ਰਿਹਾ,
ਉਹੀ ਵਕਤਾ ਹੈ, ਉਹੀ ਸਰੋਤਾ ਹੈ। ਵਕਤਾ ਬੋਲਣ ਵਾਲਾ, ਸਰੋਤਾ ਸੁਣਨ ਵਾਲਾ। ਆਪ ਹੀ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ, ਆਪ ਹੀ ਫਿਰ ਦੂਜਿਆਂ 'ਚ ਬੈਠ ਕੇ ਉਸ ਉਪਦੇਸ਼ ਨੂੰ ਸਮਝਦਾ ਹੈ। ਆਪੇ ਰਚਿਆ ਸਭ ਕੈ ਸਾਥ, ਉਹ ਸਾਰੇ ਦੇ ਨਾਲ ਰਚਿਆ ਮਿਚਿਆ ਹੈ। ਉਹ ਕੋਈ ਓਪਰਾ ਨਹੀਂ ਹੈ। ਜਿਵੇਂ ਆਪਾਂ ਗੈਸਟ ਬਣ ਕੇ ਜਾਈਏ, ਥੋੜ੍ਹਾ ਥੋੜ੍ਹਾ ਕੁਝ ਦਿਨ ਓਪਰਾ ਮਹਿਸੂਸ ਹੁੰਦਾ ਹੈ। ਜੇ ਕਈ ਦਿਨ ਰਹੀਏ, ਹੌਲੀ ਹੌਲੀ ਉਹਨਾਂ ਗੱਲਾਂ ਬਾਤਾਂ ਕਰਦੇ ਹਾਂ, ਇੱਕ ਦੂਜੇ ਨੂੰ ਸਮਝਦੇ ਹਾਂ, ਫਿਰ ਹੌਲੀ ਹੌਲੀ ਬੰਦਾ ਰਚ ਵਿੱਚ ਜਾਂਦਾ ਹੈ। ਜਿਵੇਂ ਲੜਕੀ ਦੀ ਸ਼ਾਦੀ ਹੋਈ ਹੈ, ਉਹਦੇ ਲਈ ਬਿਲਕੁਲ ਦੂਜਾ ਪਰਿਵਾਰ ਓਪਰਾ ਹੁੰਦਾ ਹੈ। ਓਪਰਾ ਕੁਝ ਦਿਨ ਉਹਨੂੰ ਸਮਝਣ 'ਤੇ ਲੱਗਦੇ ਨੇ, ਉਹਨਾਂ ਦੇ ਸੁਭਾਅ ਨੂੰ। ਮੰਨ ਲਓ ਪੇਕੇ ਤੇਜ਼ ਲੂਣ ਮਿਰਚਾਂ ਖਾਣ ਵਾਲੇ ਸਨ, ਅਗਲੇ ਘਰ ਚਲੇ ਗਈ, ਉਹਨੇ ਉਸੇ ਤਰ੍ਹਾਂ ਹੀ ਤੇਜ਼ ਲੂਣ ਮਿਰਚਾਂ ਪਾ ਕੇ ਦਾਲ ਸਬਜ਼ੀ ਬਣਾਤੀ। ਜੇ ਤੇ ਅਗਲੇ ਘਰ ਵਾਲੇ ਹੋਏ ਬੇਵਕੂਫ, ਫਿਰ ਤਾਂ ਕਹਿਣਗੇ ਤੇਰੀ ਮਾਂ ਨੇ ਤੈਨੂੰ ਕੀ ਸਿਖਾ ਕੇ ਭੇਜਿਆ, ਤੈਨੂੰ ਪਤਾ ਦਾਲ ਸਬਜ਼ੀ ਬਣਾਉਣੀ ਨਹੀਂ ਆਉਂਦੀ। ਅਤੇ ਜੇ ਉਹ ਆਰਾਮ ਨਾਲ ਕਹਿਣਗੇ ਭਾਈ ਅਸੀਂ ਨਾ ਲੂਣ ਮਿਰਚਾਂ ਘੱਟ ਖਾਂਦੇ ਹਾਂ, ਅੱਗੇ ਤੋਂ ਖਿਆਲ ਰੱਖਿਓ, ਸਾਡੇ ਲੂਣ ਮਿਰਚਾਂ ਘੱਟ ਖਾਇਓ, ਘੱਟ ਪਾਇਓ, ਗੱਲ ਹੀ ਕਹਿਣੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਅਗਲੇ ਦਾ ਮਨ ਸਾਡੇ ਘਰ 'ਚ ਲੱਗੇ, ਤਾਂ ਫਿਰ ਝਿੜਕਣ ਦੀ ਲੋੜ ਨਹੀਂ ਹੁੰਦੀ, ਸਮਝਾਉਣ ਦੀ ਲੋੜ ਹੁੰਦੀ ਹੈ, ਤਾਂ ਜੋ ਹੌਲੀ ਹੌਲੀ ਉਹ ਸਾਡੇ 'ਚ ਰਚ ਮਿਚ ਜਾਵੇ ਅਤੇ ਨਾ ਸਾਨੂੰ ਉਹ ਓਪਰੀ ਲੱਗੇ ਅਤੇ ਨਾ ਅਸੀਂ ਉਸ ਨੂੰ ਓਪਰੇ ਲੱਗੀਏ। ਸੋ ਪਹਿਲਾਂ ਤਾਂ ਹੁਣ ਮੰਨ ਲਓ ਮੈਂ ਕਿਤੇ ਘਰ ਗਿਆ, ਉਹਨਾਂ ਨੇ ਲੂਣ ਜ਼ਿਆਦਾ ਪਾਤਾ, ਚਲੋ ਮੇਰਾ ਫਰਜ਼ ਬਣਦਾ ਦੱਸਣਾ ਕਿ ਭਾਈ ਅੱਗੇ ਤੋਂ ਮੇਰੇ ਲਈ ਲੂਣ ਘੱਟ ਪਾਉਣਾ, ਮੈਂ ਇਹਨਾਂ ਲੂਣ ਨਹੀਂ ਖਾਂਦਾ। ਇੱਕ ਤਾਂ ਇਹ ਗੱਲ ਕਹਿਣੀ ਕੀ ਯਾਰ ਤੁਹਾਨੂੰ ਦਾਲ ਸਬਜ਼ੀ ਨਹੀਂ ਬਣਾਉਣੀ ਆਉਂਦੀ ਹੈ, ਤੁਸੀਂ ਲੂਣ ਵੱਧ ਪਾਤਾ, ਕੌਣ ਹੁਣ ਇਹਨੂੰ ਖਾਏਗਾ। ਨਾਲੇ ਤਾਂ ਅਗਲੇ ਮੈਨੂੰ ਰੋਟੀ ਖਵਾਏ, ਨਾਲੇ ਮੈਂ ਅਗਲੇ ਦਾ ਮਨ ਤੋੜ, ਦਿਲ ਤੋੜ ਆਇਆ। ਗੱਲ ਤਾਂ ਸ਼ਬਦਾਂ ਦੀ ਹੁੰਦੀ ਹੈ। ਅਸੀਂ ਆਪਣੇ ਵਿਚਾਰਾਂ ਨੂੰ ਕਿਵੇਂ ਪ੍ਰਗਟ ਕਰਨਾ, ਇਸ 'ਤੇ ਨਿਰਭਰ ਕਰਦਾ ਹੁੰਦਾ। ਗੱਲ ਤਾਂ ਉਹੀ ਹੁੰਦੀ ਹੈ। ਹੁਣ ਮੰਨ ਲਓ ਮੇਰਾ ਪਿਤਾ ਆ ਰਿਹਾ, ਇੱਕ ਮੈਨੂੰ ਕਹਿੰਦਾ ਤੇਰੀ ਮਾਂ ਦਾ ਖਸਮ ਆ ਰਿਹਾ, ਗੱਲ ਤਾਂ ਠੀਕ ਹੈ, ਗੱਲ ਤਾਂ ਉਹਦੀ ਠੀਕ ਹੈ ਵੀ ਤੇਰੀ ਮਾਂ ਦਾ ਖਸਮ ਆ ਰਿਹਾ। ਮੈਂ ਇਹ ਨਹੀਂ ਕਹਿੰਦਾ ਨਹੀਂ ਆ ਰਿਹਾ ਹੈ, ਪਰ ਜੇ ਉਹ ਕਹਿੰਦਾ ਤੇਰੇ ਪਿਤਾ ਜੀ ਆ ਰਹੇ ਨੇ, ਇੱਕ ਤਾਂ ਇਹ ਹੈ, ਆ ਤੇਰੀ ਮਾਂ ਦਾ ਖਸਮ ਆ ਰਿਹਾ। ਹੁਣ ਤੁਸੀਂ ਆਪ ਅੰਦਾਜ਼ਾ ਲਓ ਵੀ ਕਿਵੇਂ ਫੀਲ ਹੋਵੇਗਾ। ਭਾਵੇਂ ਮੀਨਿੰਗ ਦੋਨਾਂ ਦਾ ਇੱਕੋ ਹੈ, ਅਰਥ ਤਾਂ ਦੋਨਾਂ ਦਾ ਇੱਕੋ ਹੈ। ਜੇ ਮੈਂ ਨਾਰਾਜ਼ ਉਹਨਾਂ ਤਾਂ ਕਹੇ ਕੀ ਗੱਲ ਜੀ, ਮੈਂ ਕੀ ਇਹ ਤੁਹਾਡੀ ਮਾਂ ਦੇ ਖਸਮ ਨਹੀਂ ਹੈਗੇ। ਗੱਲ ਅਰਥ ਉਹੀ ਹੁੰਦੇ ਨੇ, ਇਹ ਕਹਿਣ ਦਾ ਢੰਗ ਹੁੰਦਾ ਹੈ। ਜੇ ਇੱਕ ਬੰਦਾ ਸੀ ਪੁਰਾਣੇ ਜ਼ਮਾਨੇ 'ਚ ਨਾ, ਜਿਹੜੇ ਮੁਸਾਫਰ ਸਫ਼ਰ 'ਤੇ ਜਾਂਦੇ ਸੀ, ਕਿ ਰਾਤ ਕਿਤੇ ਪੈਣੀ ਵੀ ਆਪਾਂ ਕਾਹਨੂੰ ਕਿਸੇ ਦੇ ਬੋਝ ਬਣਨਾ। ਜੇ ਚੌਲ ਖਾਣ ਦਾ ਸ਼ੌਕੀਨ ਹੈ ਤਾਂ ਭਾਈ ਚੌਲ ਨਾਲ ਉਹਨੇ ਪੱਲੇ ਬੰਨ੍ਹ ਲੈਣੇ ਕੁਛ, ਜੇ ਉਹ ਕਣਕ ਖਾਣ ਦਾ ਸ਼ੌਕੀਨ ਕੁਛ ਆਟਾ ਪੱਲੇ ਬੰਨ੍ਹ ਲੈਣਾ। ਇਹ ਇੱਕ ਬੰਦਾ ਸੀ, ਔਰ ਉਹਨੂੰ ਇੱਕ ਪਿੰਡ ਜਾ ਕੇ ਸ਼ਾਮ ਪੈ ਗਈ। ਉਹਨੇ ਦੇਖਿਆ ਇੱਕ ਦਰਵਾਜ਼ਾ ਖੁੱਲ੍ਹਾ ਹੈ, ਉਹਨੇ ਆਵਾਜ਼ ਮਾਰੀ ਹੈ, ਬੀਬੀ ਆਈ ਹੈ। ਉਹ ਬਜ਼ੁਰਗ ਹੈ ਕਿ ਮਾਤਾ ਜੀ ਵੀ ਮੈਂ ਨਾ ਰੋਟੀ ਖਾਣੀ ਹੈ, ਮੇਰੇ ਕੋਲ ਚੌਲ ਹੈਗੇ, ਇਹ ਕਿਰਪਾ ਕਰਕੇ ਚੌਲ ਰਿੰਨ ਦਿਓ, ਮੈਂ ਮੁਸਾਫਿਰ ਹਾਂ। ਉਹਨੇ ਮੰਜੀ ਡਾਹਤੀ ਵਿਹੜੇ 'ਚ, ਕਹਿੰਦੇ ਬਹਿ ਜਾ ਭਾਈ ਮੈਂ ਰਿੰਨ ਦਿੰਦੀ। ਉਹਨੇ ਚੌਲ ਰਿੰਨਣੇ ਧਰਤੇ। ਜਿਹੜੀ ਮਾਤਾ ਦੀ ਮੱਝ ਸੀ ਉਹ ਵਾਹਵਾ ਮੋਟੀ ਤਾਜ਼ੀ ਸੀ। ਉਹਨੇ ਦੇਖਿਆ ਵੀ ਜਿਹੜਾ ਦਰਵਾਜ਼ਾ ਹੈ ਉਹ ਸੌੜਾ ਹੈ, ਮੱਝ ਮੋਟੀ ਹੈ। ਕਹਿੰਦਾ ਮਾਤਾ ਜੇ ਤੇਰੀ ਮੱਝ ਮਰ ਜੇ, ਇਹ ਦਰਵਾਜ਼ੇ 'ਚ ਬਾਹਰ ਕਿਵੇਂ ਨਿਕਲੇਗੀ। ਉਹਨੂੰ ਚੜ੍ਹਿਆ ਗੁੱਸਾ, ਕਹਿੰਦੀ ਕਰ ਪੱਲਾ। ਅਤੇ ਉਹਦੇ ਕੋਲ ਜੇ ਪਰਨਾ ਸੀ ਮੁੜ ਰੱਖਿਆ, ਪਰਨਾ ਉਹਨੇ ਅੱਗੇ ਕੀਤਾ ਅਤੇ ਉਹਨੇ ਉਹ ਜਿਹੜੇ ਬਣਦੇ ਰਿੱਝੇ ਚੌਲ ਸਨ ਨਾ, ਉਹ ਸਾਰੇ ਪਾਣੀ ਸਮੇਤ ਪਾਤੇ। ਕਹਿੰਦੇ ਦੌੜ ਜਾ ਇੱਥੇ ਮੇਰੇ ਘਰੋਂ। ਉਹ ਹੁਣ ਐਂ ਲੈ ਕੇ ਜਾ ਰਿਹਾ ਹੈ, ਉਹ ਵਿੱਚੋਂ ਚੋਈ ਜਾਂਦਾ ਕੁਝ। ਅੱਗੋਂ ਇੱਕ ਬੰਦਾ ਟੱਕਰਿਆ, ਉਹ ਕਹਿੰਦਾ ਕੀ ਚੋਂਦਾ ਜਾਂਦਾ। ਉਹ ਕਹਿੰਦਾ ਭਰਾਵਾ ਇਹ ਜੀਭ ਦਾ ਰਸ ਚੋਂਦਾ ਜਾਂਦਾ। ਪਤਾ ਹੀ ਨਹੀਂ ਵੀ ਕਿਹੜੇ ਵੇਲੇ ਕਿਹੜੀ ਗੱਲ ਕਹਿਣੀ ਹੈ। ਅਗਲੇ ਦੇ ਘਰ ਗਏ ਆ,
ਉਹ ਵਿਚਾਰੀ ਚੌਲ ਰਿੰਨ ਰਹੀ ਹੈ, ਅਸੀਂ ਕਹਿ ਰਹੇ ਹਾਂ ਮਾਤਾ ਜੀ ਤੁਹਾਡੀ ਮੱਝ ਮਰ ਜੇ, ਇਹ ਬਾਹਰ ਕਿਵੇਂ ਕੱਢੋਗੇ, ਦਰਵਾਜ਼ੇ ਦਾ ਸੌੜਾ ਹੈ। ਤਾਂ ਹੀ ਕਹਿੰਦੇ ਇਹ ਜੀਵ ਦਾ ਰਸ ਹੈ। ਕਹਿੰਦੇ ਕੀ ਚੋਂਦਾ ਜਾਂਦਾ, ਕਹਿੰਦੇ ਇਹ ਜੀਵ ਦਾ ਰਸ ਚੋਂਦਾ ਜਾਂਦਾ ਹੈ। ਇਸ ਲਈ ਬੋਲਣ ਵੇਲੇ ਵੀ ਬੜਾ ਖਿਆਲ ਰੱਖੀਦਾ, ਕਿਉਂਕਿ ਸਮੇਂ ਦੇ ਅਨੁਸਾਰ ਬੋਲਣਾ ਚਾਹੀਦਾ। ਆਪਾਂ ਅਸੀਂ ਮੜੀਆਂ 'ਚ ਖੜ੍ਹੇ ਹਾਂ, ਉੱਥੇ ਹੱਸਦਾ ਹੋਇਆ ਬੰਦਾ ਚੰਗਾ ਨਹੀਂ ਲੱਗਦਾ। ਭਾਵੇਂ ਆਪਣਾ ਨਹੀਂ ਮਰਿਆ, ਕੋਈ ਆਂਢੀ ਗੁਆਂਢੀ ਦੂਰ ਦਾ ਕੋਈ ਜਾਣਕਾਰ ਮਰਿਆ ਹੈ। ਕਈ ਵਾਰੀ ਜਿਹੜਾ ਮਰਿਆ ਉਸ ਨੂੰ ਅਸੀਂ ਨਹੀਂ ਜਾਣਦੇ ਹੁੰਦੇ, ਪਰ ਜਿਨ੍ਹਾਂ ਦਾ ਮਰਿਆ ਉਹਨਾਂ ਨੂੰ ਅਸੀਂ ਜਾਣਦੇ ਹੁੰਦੇ, ਇਸ ਲਈ ਉਹਦੇ ਮੂੰਹ ਨੂੰ ਆਪਾਂ ਜਾਣਦੇ ਹਾਂ। ਸਿਆਣੇ ਕਹਿੰਦੇ ਜੇ ਰੋਣਾ ਨਹੀਂ ਨਾ ਆਉਂਦਾ, ਰੋਣ ਵਰਗਾ ਮੂੰਹ ਬਣਾ ਲੈਣਾ ਚਾਹੀਦਾ, ਤਾਂ ਜੋ ਅਗਲੇ ਨੂੰ ਲੱਗੇ ਵੀ ਹਾਂ ਇਸ ਨੂੰ ਸਾਡੇ ਬਾਪ ਦੇ ਮਰੇ ਰਿਸ਼ਤੇਦਾਰ ਮਰੇ ਦੁੱਖ ਹੈ। ਪਰ ਮੈਂ ਦੇਖਿਆ ਕਈ ਵਾਰੀ ਲੋਕ ਮੜੀਆਂ 'ਚ ਹੱਸ ਰਹੇ ਹੁੰਦੇ ਨੇ। ਮੈਂ ਦੇਖੋ ਜੇ ਉਹ ਬੰਦਾ ਵੇਖ ਲੇ ਜਿਹਦਾ ਬਾਪ ਮਰ ਗਿਆ ਹੈ, ਉਹ ਕਹੇਗਾ ਜਿੱਦੇ ਤੁਹਾਡਾ ਬਾਪ ਮਰਿਆ ਨਾ ਫਿਰ ਮੈਂ ਦੇਖਾਂਗਾ ਤੁਸੀਂ ਕਿਵੇਂ ਹੱਸਦੇ ਹੋ। ਵਿਆਹ ਹੋ ਰਿਹਾ, ਵਾਜੇ ਵੱਜ ਰਹੇ ਨੇ, ਉੱਥੇ ਰੋਂਦਾ ਬੰਦਾ ਚੰਗਾ ਨਹੀਂ ਲੱਗਦਾ, ਚਾਹੇ ਬੜਾ ਹੀ ਮਨ ਦੁਖੀ ਕਿਉਂ ਨਾ ਹੋਵੇ। ਕਈ ਵਾਰੀ ਬੰਦਾ ਬੜਾ ਦੁਖੀ ਹੁੰਦਾ, ਪਰ ਉਹਨੂੰ ਖੁਸ਼ੀ ਦੇ ਫੰਕਸ਼ਨ 'ਤੇ ਜਾਣਾ ਪੈ ਸਕਦਾ ਹੈ। ਉੱਥੇ ਬਨੌਟੀ ਖੁਸ਼ੀ ਵੀ ਵਿਖਾਉਣੀ ਪੈਂਦੀ ਹੈ, ਬਨੌਟੀ ਹੱਸਣਾ ਵੀ ਪੈਂਦਾ, ਤਾਂ ਜੋ ਅਗਲਾ ਕਹੇ ਸਾਡੀ ਖੁਸ਼ੀ ਦੇ ਵਿੱਚ ਇਹ ਖੁਸ਼ੀ ਮਹਿਸੂਸ ਕਰ ਰਿਹਾ ਹੈ। ਇਸ ਲਈ ਕਈ ਕੁਛ ਖਿਆਲ ਰੱਖਣਾ ਪੈਂਦਾ ਜ਼ਿੰਦਗੀ 'ਚ। ਗੁਰੂ ਮਹਾਰਾਜ ਕਹਿੰਦੇ ਆਪ ਕੀਨੋ ਆਪਣ ਵਿਸਥਾਰ, ਪਰਮਾਤਮਾ ਨੇ ਆਪਣਾ ਸਾਰਾ ਪਸਾਰਾ ਆਪ ਹੀ ਕੀਤਾ ਹੋਇਆ ਹੈ। ਸਭ ਕੁਛ ਉਸਕਾ ਉਹ ਕਰਨੇ ਹਾਰ, ਸਾਰਾ ਕੁਝ ਉਸ ਦਾ ਹੈ, ਕਿਉਂਕਿ ਕਰਨਹਾਰ ਹੈ, ਉਹ ਕਰਨ ਵਾਲਾ ਹੈ। ਉਹ ਕਰਨਹਾਰ ਹੋਣ ਕਰਕੇ ਜੋ ਕੁਛ ਵੀ ਕੀਤਾ ਇਹ ਉਸੇ ਦਾ ਕੀਤਾ ਹੋਇਆ ਹੈ। ਇਹ ਸਾਰਾ ਪਸਾਰਾ ਜੋ ਕੁਛ ਸ੍ਰਿਸ਼ਟੀ ਹੈ ਇਹ ਉਸੇ ਦੀ ਬਣਾਈ ਹੋਈ ਹੈ। ਉਸ 'ਤੇ ਭਿੰਨ ਕਹੋ ਕਿਛ ਹੋਏ, ਕਿ ਜੇ ਉਸ ਤੋਂ ਅੱਡ ਕੋਈ ਕਰ ਸਕਦਾ ਤਾਂ ਦੱਸੋ ਕੋਈ ਕਰ ਸਕਦਾ? ਕਹਿੰਦੇ ਉਸ ਤੋਂ ਅਲੱਗ ਕੁਝ ਹੋ ਸਕਦਾ ਹੈ? ਉਹੀ ਹੋਣੇ ਜੋ ਉਸਨੇ ਕਰਨਾ ਹੈ। ਹੋਰ ਕੋਈ ਉਹਦੇ ਬਰਾਬਰ ਦਾ ਹੈ ਹੀ ਨਹੀਂ ਜਿਹੜਾ ਕੁਝ ਕਰ ਸਕੇ ਉਸ ਤੋਂ ਅਲੱਗ ਹੈ। ਉਸ 'ਤੇ ਭਿੰਨ, ਉਸ ਤੋਂ ਅਲੱਗ ਕਹੋ ਕਿਛ ਹੋਏ, ਦੱਸੋ ਕਿਛ ਹੋ ਸਕਦਾ? ਕੁਝ ਨਹੀਂ ਹੋ ਸਕਦਾ। ਉਹੀ ਹੋਣਾ ਜੋ ਉਹਨੇ ਕਰਨਾ ਹੈ। ਥਾਨ ਥਨੰਤਰ ਏਕੈ ਸੋਏ, ਥਾਨ ਥਾਂ ਨੂੰ ਕਹਿੰਦੇ ਨੇ, ਥਨੰਤਰ ਇੱਕ ਥਾਂ ਤੋਂ ਦੂਜੀ ਥਾਂ ਦੇ ਵਿੱਚ ਜਿਹੜਾ ਫਰਕ ਹੈ ਨਾ, ਥਾਨ ਅੰਤਰ, ਇੱਕ ਥਾਂ ਤੋਂ ਦੂਜੀ ਥਾਂ ਦਾ ਜਿਹੜਾ ਫਰਕ ਹੈ, ਉੱਥੇ ਵੀ ਭਾਵ ਸਭ ਥਾਂ 'ਤੇ। ਥਾਨ ਥਨੰਤਰ ਦਾ ਮਤਲਬ ਸਭ ਥਾਂ 'ਤੇ। ਥਾਨ ਥਨੰਤਰ ਏਕੈ ਸੋਏ, ਸਭ ਥਾਵਾਂ ਤੋਂ ਇੱਕ ਪਰਮਾਤਮਾ ਹੀ ਵਸਦਾ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਵਸਦਾ। ਇਸ ਲਈ ਕਹਿੰਦੇ ਨੇ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਤੁਸੀਂ ਪਰਮਾਤਮਾ ਨੂੰ ਯਾਦ ਕਰੋਗੇ ਨਾ, ਪਰਮਾਤਮਾ ਉੱਥੇ ਤੁਹਾਡਾ ਮਿੱਤਰ ਬਣ ਕੇ ਤੁਹਾਡੀ ਸਹਾਇਤਾ ਕਰੇਗਾ। ਕਿਤੇ ਵੀ ਯਾਦ ਕਰ ਲਓ, ਇਹ ਨਹੀਂ ਕਿ ਪਰਮਾਤਮਾ ਕੇ ਗੁਰਦੁਆਰੇ ਮੰਦਿਰਾਂ 'ਚ ਬੈਠਾ ਹੈ, ਉਹ ਤਾਂ ਸਭ ਥਾਂ 'ਤੇ ਹੈ। ਉਹ ਸਭ ਥਾਂ 'ਤੇ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਇਸ ਲਈ ਉਹਨੂੰ ਕਿਸੇ ਵੀ ਹਾਲਤ ਵਿੱਚ ਯਾਦ ਕੀਤਾ ਜਾ ਸਕਦਾ ਹੈ, ਕਿਤੇ ਵੀ ਉਸ ਨੂੰ ਯਾਦ ਕੀਤਾ ਜਾ ਸਕਦਾ ਹੈ। ਆਪਣੇ ਚਲਿਤ ਆਪ ਕਰਨੇ ਹਾਰ, ਪੂਰਾ ਸ਼ਬਦ ਹੈ ਚਲਿੱਤਰ, ਕੌਤਕ। ਚਲਿੱਤਰ ਤੋਂ ਛੋਟਾ ਬੜਾ ਚਲਿੱਤ। ਆਪਣੇ ਕੌਤਕ ਆਪ ਹੀ ਉਹ ਕਰਨ ਵਾਲਾ ਹੈ। ਉਹ ਕੌਤਕਾਂ ਨੂੰ ਆਪ ਹੀ ਕਰਨ ਵਾਲਾ ਹੈ। ਦੂਜਾ ਕੋਈ ਐਸਾ ਨਹੀਂ ਜਿਹੜਾ ਰੱਬ ਵਰਗੇ ਕੋਈ ਕੌਤਕ ਕਰ ਸਕਦਾ ਹੋਵੇ। ਉਹ ਆਪ ਕਰਨ ਵਾਲਾ ਹੈ। ਕੌਤਕ ਕਰੈ ਰੰਗ ਅਪਾਰ, ਉਹ ਕਈ ਤਰੀਕਿਆਂ ਦੇ ਕੌਤਕ ਕਰਦਾ ਹੈ, ਕਈ ਤਰੀਕਿਆਂ। ਉਹਦੇ ਕਾਲ ਕਹਿੰਦੇ ਉਹ ਇੱਥੇ ਦਾਤੇ ਦੇ ਕੌਤਕ ਹੈ ਜੀ। ਕੌਤਕ ਕਿਹਨੂੰ ਕਹਿੰਦੇ? ਅਚਰਜ ਕੰਮ ਨੂੰ, ਜਿਸ ਕੰਮ ਨੂੰ ਵੇਖ ਕੇ ਹੈਰਾਨੀ ਹੋਵੇ ਉਹ ਕੌਤਕ ਹੁੰਦਾ।
ਇਸ ਲਈ ਉਹ ਕੌਤਕ ਕਰਨ ਵਾਲਾ ਵੀ ਆਪ ਹੀ ਹੈ ਅਤੇ ਕਈ ਪ੍ਰਕਾਰ ਦੇ ਕੌਤਕ ਕਰਦਾ ਹੈ। ਮਨ ਮੈਂ ਆਪ, ਮਨ ਆਪਣੇ ਮਾਹੇ। ਸਾਰੇ ਦੇ ਮਨ ਵਿੱਚ ਉਹ ਆਪ ਪਰਮਾਤਮਾ ਵਸਦਾ ਹੈ। ਮਨ ਆਪਣੇ ਮਾਹੇ ਅਤੇ ਸਾਰੇ ਮਨ ਉਸ ਦੇ ਵਿੱਚ ਹਨ। ਸਾਡੇ ਸਾਰਿਆਂ ਦੇ ਮਨਾਂ 'ਚ ਪਰਮਾਤਮਾ ਵਸਦਾ ਹੈ ਅਤੇ ਸਾਡੇ ਸਾਰਿਆਂ ਦੇ ਮਨ ਉਸ ਪਰਮਾਤਮਾ ਦੇ ਵਿੱਚ ਵਸਦੇ ਹਨ, ਕਿਉਂਕਿ ਅਸੀਂ ਇੱਕ ਦੂਜੇ ਤੋਂ ਅੱਡ ਨਹੀਂ ਹਾਂ। ਅਸੀਂ ਇੱਕ ਦੂਜੇ ਤੋਂ ਅੱਡ ਨਹੀਂ ਹਾਂ। ਨਾਨਕ ਕੀਮਤ ਕਹਿਣ ਨਾ ਜਾਏ। ਪਰਮਾਤਮਾ ਦੇ ਕੌਤਕਾਂ ਦੀ ਕੀਮਤ ਕੋਈ ਦੱਸ ਹੀ ਨਹੀਂ ਸਕਦਾ। ਉਹਦੀ ਕਿਸੇ ਵੀ ਚੀਜ਼ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕਹਿੰਦੇ ਮੁੱਲ ਗੁਣ, ਮੁੱਲ ਵਪਾਰ, ਮੁੱਲ ਵਪਾਰੀਏ, ਮੁੱਲ ਭੰਡਾਰ, ਮੁੱਲ ਆਵੇਂ, ਮੁੱਲ ਲੈ ਜਾਏ, ਮੁੱਲਾ ਪਾਏ, ਮੁੱਲਾ ਸਮਾਏ, ਕਿੰਨਾ ਕੁਛ ਹੈ, ਕੋਈ ਕੀਮਤ ਨਹੀਂ ਪਾ ਸਕਦਾ। ਅੱਗੇ ਕਹਿੰਦੇ ਸਤ 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 ਪ੍ਰਭ ਸੁਆਮੀ। ਸਤ ਹੁੰਦਾ ਸਦੀਵੀ, ਕੂੜ ਹੁੰਦਾ ਬਿਨਸ ਜਾਣ ਵਾਲਾ। ਸਤ ਦਾ ਵਿਰੋਧੀ ਸ਼ਬਦ ਹੈ ਕੂੜ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਸਾਰਾ ਰਾਜੇ ਨੇ ਵੀ ਸਦਾ ਨਹੀਂ ਰਹਿਣਾ, ਪ੍ਰਜਾ ਨੇ ਵੀ ਸਦਾ ਨਹੀਂ ਰਹਿਣਾ, ਸੰਸਾਰ ਨੇ ਵੀ ਸਦਾ ਨਹੀਂ ਰਹਿਣਾ। ਸਦਾ ਰਹਿਣਾ ਅਤੇ ਸਤ ਪਰਮਾਤਮਾ ਨੇ ਰਹਿਣਾ ਹੈ। ਇਸ ਲਈ ਸਤ 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 ਪ੍ਰਭ ਸੁਆਮੀ। ਪਰਮਾਤਮਾ ਸਤ ਹੈ, ਸਤ ਹੈ, ਸਤ ਹੈ। ਉਂਝੇ ਬੰਦੇ ਨੂੰ ਰੱਬ ਯਾਦ ਆਉਂਦਾ ਜਦੋਂ ਮੁਰਦਾ ਚੱਕੀ ਜਾਂਦੇ ਨਾ, ਨਾਲ ਵਾਲੇ ਫਿਰ ਕਹਿੰਦੇ ਰਾਮ ਨਾਮ ਸਤ ਹੈ, ਰਾਮ ਨਾਮ ਸਤ ਹੈ। ਅਤੇ ਮੈਂ ਸੋਚਦਾ ਇਹ ਫੂਕਣ ਤੋਂ ਬਾਅਦ ਨਾ ਸਭ ਝੂਠ ਹੋ ਜਾਣਾ ਹੈ। ਹੁਣ ਮੌਤ ਚੱਕੀ ਜਾ ਰਹੇ ਨਾ, ਹੁਣ ਮੌਤ ਮੋਢਿਆਂ 'ਤੇ ਚੱਕੀ ਜਾ ਰਹੇ ਨੇ। ਇਸ ਲਈ ਮੌਤ ਤੋਂ ਡਰਦੇ ਹੋਏ ਕਹਿ ਰਹੇ ਰਾਮ ਨਾਮ ਸਤ ਹੈ, ਰਾਮ ਨਾਮ ਸਤ ਹੈ। ਜਦੋਂ ਆਪਣੇ ਆਪਣੇ ਕੰਮਾਂ 'ਤੇ ਜਾ ਬੈਠੇ ਫਿਰ ਰਾਮ ਨਾਮ ਝੂਠ ਹੈ, ਬਸ ਆ ਝੂਠ ਸੱਚ ਹੈ, ਫਿਰ ਐ ਲੱਗਣ ਲੱਗ ਜੂਗਾ। ਇਹ ਰੱਬ ਵੀ ਉਦੋਂ ਹੀ ਯਾਦ ਹੁੰਦਾ ਜਦੋਂ ਬੰਦਾ ਵਕਤ ਨੂੰ ਫੜਿਆ ਹੁੰਦਾ। ਦੁੱਖ ਮੈਂ ਸਿਮਰਨ ਸਭ ਕਰੇ, ਸੁਖ ਮੈਂ ਕਰੇ ਨਾ ਕੋਏ, ਜੋ ਸੁਖ ਮੈਂ ਸਿਮਰਨ ਕਰੇ, ਦੁੱਖ ਕਾਹੇਗਾ ਹੋਏ। ਕਹੇ ਦੁੱਖ ਤੇ ਸਾਰੇ ਰੱਬ ਨੂੰ ਯਾਦ ਕਰਦੇ ਨੇ। ਹਿੰਦੀ ਵਾਲੇ ਕਹਿੰਦੇ ਨੇ ਦੋਹਾ ਹੈ ਹਿੰਦੀ ਦਾ, ਦੁੱਖ ਮੈਂ ਸਿਮਰਨ ਸਭ ਕਰੇ, ਸੁਖ ਮੈਂ ਕਰੇ ਨਾ ਕੋਏ। ਦੁੱਖ ਸਾਰੇ ਰੱਬ ਨੂੰ ਯਾਦ ਕਰਦੇ ਨੇ, ਸੁੱਖ 'ਚ ਨਹੀਂ ਯਾਦ ਕਰਦੇ। ਜੋ ਸੁਖ ਮੈਂ ਸਿਮਰਨ ਕਰੇ, ਜਦੋਂ ਤੁਸੀਂ ਸੁਖੀ ਹੋ ਉਦੋਂ ਵੀ ਜਿਹੜਾ ਰੱਬ ਨੂੰ ਯਾਦ ਕਰਦਾ, ਦੁੱਖ ਕਾਹੇ ਕਾ ਹੋਏ, ਉਹਨੂੰ ਕਿਉਂ ਦੁੱਖ ਹੋਏਗਾ ਬਈ, ਉਹਨੂੰ ਕਿਉਂ ਦੁੱਖ ਹੋਏਗਾ। ਦੁੱਖ 'ਚ ਸਾਰੇ ਹੀ ਰੱਬ ਨੂੰ ਯਾਦ ਕਰਦੇ ਨੇ। ਸਵਾਦ ਇਹ ਹੈ ਕਿ ਸੁੱਖ ਵਿੱਚ ਵੀ ਉਸ ਨੂੰ ਰੱਬ ਨੂੰ ਯਾਦ ਕਰੇ। ਤਾਂ ਹੀ ਗੁਰੂ ਮਹਾਰਾਜ ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਸੁਖ ਪੀ ਤੁਝੇ ਧਿਆਈ। ਹੇ ਪਰਮਾਤਮਾ, ਜੇ ਤੂੰ ਦੁੱਖ ਦੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ, ਸੁਖ ਦੇਂਗਾ ਤਾਂ ਵੀ ਤੇਰਾ ਨਾਮ ਜਪਾਂਗਾ। ਕਹਿੰਦੇ ਮੈਂ ਤਾਂ ਹਰ ਹਾਲਤ ਤੇਰਾ ਨਾਮ ਜਪਣਾ, ਚਾਹੇ ਦੁੱਖ ਦੇ ਚਾਹੇ ਸੁੱਖ ਦੇ। ਅਸਲ ਇਸ ਅਵਸਥਾ 'ਤੇ ਅਸੀਂ ਪਹੁੰਚਣਾ। ਇਹ ਨਹੀਂ ਕਿ ਦੁੱਖ ਆ ਗਿਆ ਹੈ ਅਤੇ ਅਸੀਂ ਜਿਹੜਾ ਗਿਲਾ ਕਰਦੇ ਰਹਿਣਾ ਰੱਬ ਨੂੰ। ਉਹ ਕਹਿੰਦਾ ਮੈਂ ਤਾਂ ਸਿਰਫ ਲਿਖਿਆ, ਮੈਂ ਆਪਣੇ ਕਿਸੇ ਧੀ ਪੁੱਤਰ ਨੂੰ ਦੁੱਖ ਨਹੀਂ ਦਿੰਦਾ। ਤੁਸੀਂ ਮੇਰੇ ਬੱਚੇ ਹੋ, ਕਿਹੜਾ ਮਾਂ ਪਿਓ ਆਪਣੇ ਬੱਚੇ ਨੂੰ ਦੁਖੀ ਵੇਖਣਾ ਚਾਹੁੰਦਾ ਹੈ। ਪਰਮਾਤਮਾ ਸਾਨੂੰ ਦੁੱਖ ਨਹੀਂ ਦਿੰਦਾ। ਪਰਮਾਤਮਾ ਨੇ ਸਾਡੇ ਕਰਮ ਵੇਖੇ ਪਿਛਲੇ ਜੀਵਨ ਦੇ, ਉਹ ਕਰਮਾਂ ਨੂੰ ਵੇਖ ਕੇ ਅੱਗੇ ਸਾਡੀ ਕਿਸਮਤ ਲਿਖਦੀ ਅਤੇ ਅਸੀਂ ਆਪਣੀ ਕਿਸਮਤ ਭੋਗ ਰਹੇ ਹਾਂ। ਨਵੀਂ ਕਿਸਮਤ ਬਣਾ ਰਹੇ ਹਾਂ, ਪਹਿਲੀ ਨੂੰ ਭੋਗ ਰਹੇ ਹਾਂ, ਪਹਿਲੀ ਭੋਗ ਰਹੇ। ਜੇ ਤੁਸੀਂ ਸੁਖੀ ਹੋ ਤਾਂ ਇਹਦਾ ਮਤਲਬ ਪਿਛਲੇ ਜਨਮ ਚੰਗੇ ਕੰਮ ਕੀਤੇ ਤਾਂ ਹੀ ਸੁੱਖ ਮਿਲਣਾ। ਜੇ ਦੁਖੀ ਹੋ ਤਾਂ ਇਹਦਾ ਮਤਲਬ ਪਿਛਲੇ ਜਨਮ ਲੋਕਾਂ ਨੂੰ ਦੁੱਖ ਦਿੱਤੇ ਤਾਂ ਹੀ ਦੁਖੀ ਹੋ। ਜੇ ਤੁਸੀਂ ਅਮੀਰ ਹੋ ਇਹਦਾ ਮਤਲਬ ਪਿਛਲੇ ਜਨਮ ਤੁਸੀਂ ਲੋੜਵੰਦਾਂ ਦੀ ਸਹਾਇਤਾ ਕੀਤੀ, ਦਾਨ ਦਿੱਤਾ, ਤੁਹਾਨੂੰ ਅਮੀਰੀ ਮਿਲ ਗਈ। ਤੁਸੀਂ ਗਰੀਬ ਹੋ ਇਹਦਾ ਮਤਲਬ ਤੁਸੀਂ ਲੁੱਟਾਂ ਖੋਹਾਂ ਕੀਤੀਆਂ, ਚੋਰੀਆਂ ਕੀਤੀਆਂ, ਡਾਕੇ ਮਾਰੇ, ਠੱਗੀਆਂ ਕੀਤੀਆਂ, ਮਿਲਾਵਟਾਂ ਕੀਤੀਆਂ, ਧੋਖਾਧੜੀ ਕੀਤੀ, ਰਿਸ਼ਵਤ ਲਈਆਂ। ਹੁਣ ਫਿਰ ਕੰਗਾਲੀ ਤਾਂ ਮਿਲਣੀ ਹੀ ਮਿਲਣੀ। ਪਰਮਾਤਮਾ ਸਾਡੇ ਕਰਮ ਵੇਖ ਕੇ ਸਾਡੀ ਕਿਸਮਤ ਲਿਖ ਦਿੰਦਾ। ਫਿਰ ਜਿਹੜਾ ਤੁਲਸੀਦਾਸ ਜੀ ਕਹਿੰਦੇ ਭੋਗੇ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ।
ਕਰਮਾਂ ਦੀ ਗਤੀ ਇੰਨੀ ਤਗੜੀ, ਕਰਮ ਭੋਗੇ ਬਿਨਾਂ ਗੁਜ਼ਾਰਾ ਨਹੀਂ, ਭੋਗਣੇ ਹੀ ਪੈਂਦੇ ਹਨ। ਚੀ ਕਰੋ ਫੀ ਕਰੋ। ਕੋਈ ਸਧਾਰਨ ਜਿਹਾ ਬੰਦਾ ਸੀ ਵਿਚਾਰਾ ਪੇਂਡੂ, ਉਹ ਹਰਿਦੁਆਰ ਚਲੇ ਗਏ। ਇਸ਼ਨਾਨ ਕਰਕੇ ਨਾ ਹੁਣ ਭੁੱਖ ਲੱਗੀ, ਉਹ 'ਤੇ ਮਖਾਣੇ ਵੇਚ ਰਿਹਾ ਸੀ ਰੇਹੜੀ ਦੇ। ਉਹਦੇ ਉੱਤੇ ਇੱਕ ਭਰਿੰਡ ਬੈਠੀ ਸੀ, ਮਿੱਠੇ 'ਤੇ ਆ ਹੀ ਜਾਂਦੀ ਹੈ। ਉਹ ਜਦੋਂ ਤੋਲੇ ਉਹਨੇ ਮਖਾਣੇ, ਭਰਿੰਡ ਵਿੱਚ ਹੀ ਤੋਲਦੀ। ਉਹ ਹੁਣ ਭਰਿੰਡ ਨੂੰ ਫੜ ਲਿਆ ਉਹਨੇ, ਉਹ ਖਾਣ ਲੱਗੇ। ਉਹ ਭਰਿੰਡ ਭੀ ਕਰਦੀ ਹੈ, ਅਤੇ ਉਹ ਕਹਿੰਦਾ ਦੇਖ, ਚਾਹੇ ਚੀਂ ਕਰ ਚਾਹੇ ਫੀ ਕਰ, ਹਮਨੇ ਤਾਂ ਦਾਮ ਖਰਚੇ ਹੈ, ਹਮ ਤਾਂ ਖਾਏਂਗੇ। ਇਸ ਲਈ ਇਹ ਇਨਸਾਨ ਤੂੰ ਚਾਹੇ ਚੀਂ ਕਰੀ ਜਾ ਚਾਹੇ ਫੀ ਕਰੀ ਜਾ, ਹੁਣ ਤੂੰ ਕੰਮ ਕੀਤਾ ਇਹ ਤੈਨੂੰ ਭੋਗਣੇ ਹੀ ਪੈਣੇ ਨੇ, ਇਹ ਭੋਗਣੇ ਹੀ ਪੈਣੇ ਨੇ। ਚਾਹੇ ਚੀਂ ਕਰੀ ਜਾਓ ਚਾਹੇ ਫੀ ਕਰੀ ਜਾਓ, ਉੱਥੇ ਕੁਛ ਨਹੀਂ ਚੱਲਣਾ ਹੈ। ਇਹ ਸਮਝੀਏ ਕਿ ਹਾਂ ਮੈਂ ਕਰਮ ਹੀ ਐਸੇ ਕੀਤੇ ਨੇ, ਭੋਗ ਰਿਹਾ, ਅੱਗੇ ਤੋਂ ਮੈਂ ਠੀਕ ਕਰ ਲਵਾਂ। ਜੋ ਹੋ ਗਿਆ ਹੋ ਗਿਆ, ਅੱਗੇ ਤੋਂ ਠੀਕ ਕਰ ਲਓ। ਚਲੋ ਠੀਕ ਹੈ, ਪਹਿਲਾਂ ਨਹੀਂ ਸੀ ਸਮਤ ਜਾਂ ਨਹੀਂ ਅਸੀਂ ਕਿਸੇ ਸਿਆਣੇ ਦੀ ਗੱਲ ਮੰਨੀ, ਫਿਰ ਜਦ ਥੋੜ੍ਹੀ ਜਿਹੀ ਅਕਲ ਆਈ, ਸੋਝੀ ਆਈ, 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। 900 ਚੂਹੇ ਖਾ ਲਏ, ਫਿਰ ਬਿੱਲੀ ਨੂੰ ਸੋਝੀ ਆ ਗਈ ਵੀ ਓਹੋ, ਮੈਂ ਆਪਣੇ ਜੀਵ ਦੇ ਸਵਾਦ ਲਈ ਹੋਰ ਵੀ ਬਹੁਤ ਕੁਝ ਖਾ ਸਕਦੀ, ਇੰਨੇ ਚੂਹੇ ਮਾਰ ਮਾਰ ਕੇ ਖਾ ਗਈ ਹਾਂ। ਹੁਣ ਹੱਜ ਨੂੰ ਜਾ ਰਹੀ, ਤੀਰਥ ਇਸ਼ਨਾਨ। ਆਪਾਂ ਕਹਿੰਦੇ ਤੀਰਥ ਇਸ਼ਨਾਨ 'ਤੇ ਜਾਣਾ, ਤੀਰਥ। ਮੁਸਲਮਾਨ ਕਹਿੰਦੇ ਹੱਜ ਕਰਨ ਜਾਣਾ, ਉਹ ਤੀਰਥ ਯਾਤਰਾ ਹੀ ਹੁੰਦੀ। 900 ਚੂਹੇ ਖਾ ਲਏ, ਕੋਈ ਗੱਲ ਨਹੀਂ। ਇੱਕ ਤਾਂ ਬਿੱਲੀ ਚੂਹੇ ਖਾਈ ਜਾ ਰਹੀ ਹੈ, ਮਰਨ ਤੱਕ ਛੱਡੇ ਹੀ ਨਹੀਂ। ਇੱਕ ਨੂੰ ਸੋਝੀ ਆ ਗਈ, ਉਹਨੇ 900 ਖਾ ਲਏ, ਹੁਣ ਭੁੱਲਾਂ ਬਖਸ਼ਾਉਣ ਚੱਲੀ ਹੈ। 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਚਲੋ ਘੱਟ ਤੋਂ ਘੱਟ ਚੱਲੀ ਤੇ ਹੈ। ਇੱਕ ਬੰਦਾ 50 ਸਾਲ ਤੱਕ ਰਿਸ਼ਵਤ ਲੈਂਦਾ ਰਿਹਾ ਜਾਂ ਠੱਗੀਆਂ ਕਰਦਾ ਰਿਹਾ, ਸੋਝੀ ਆ ਗਈ, ਛੱਡਤੀ ਹੈ। ਚਲੋ ਇੱਕ ਰਿਟਾਇਰ ਹੁਣ ਤੱਕ ਲਈ ਹੋਈ ਜਾਂਦਾ ਰਿਸ਼ਵਤ, ਛੱਡੀ ਨਹੀਂ। ਆਹੀ ਫਰਕ ਹੈ ਬਸ। ਇੱਕ ਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਕਈਆਂ ਨੂੰ ਪਰਵਾਹ ਸੋਝੀ ਆ ਜਾਂਦੀ ਹੈ, ਉਹ ਠੀਕ ਉਹਨਾਂ ਪਤਾ ਲੱਗਦਾ ਅਸੀਂ ਗਲਤ ਕੰਮ ਕਰਦੇ ਰਹੇ, ਉਹ ਛੱਡ ਦਿੰਦਾ, ਅੱਗੇ ਤੋਂ ਤੋਬਾ ਕਰਦਾ ਹੈ ਵੀ ਸੱਚੇ ਪਾਤਸ਼ਾਹ ਜਾਣੇ ਅਣਜਾਣੇ 'ਚ ਹੋ ਗਏ, ਅੱਜ ਮੈਂ ਕੰਨ ਫੜਦਾ ਤੇਰੇ ਸਾਹਮਣੇ ਦੋਨਾਂ ਹੱਥਾਂ ਨਾਲ, ਅਤੇ ਤੂੰ ਮੈਨੂੰ ਮੁਆਫ ਕਰ ਦੇ, ਮੈਂ ਅੱਗੇ ਤੋਂ ਇਹ ਕਰਮ ਨਹੀਂ ਕਰਦਾ। ਫਿਰ 6 ਮਹੀਨੇ ਸਾਲ ਪਰਮਾਤਮਾ ਨੇ ਵੇਖਣਾ, ਉਹਨਾਂ ਮੁੜ ਕੇ ਉਹ ਹਾਲਾਤ ਪੈਦਾ ਕਰਨੇ ਨੇ ਵੀ ਇਹ ਉਹ ਕਰਮ ਕਰੇ ਜਿਹੜਾ ਛੱਡ ਬੈਠਾ ਹੈ। ਅਗਰ ਉਹ ਨਹੀਂ ਕਰਦਾ, ਦ੍ਰਿੜ ਇਰਾਦੇ ਦਾ ਹੋ ਗਿਆ, ਫਿਰ ਪਰਮਾਤਮਾ ਸਾਰੇ ਪਿਛਲੇ ਬਖਸ਼ ਦਿੰਦਾ, ਪਿਛਲੇ ਔਗਣ ਬਖਸ਼ ਲੈ, ਉਹ ਪਿਛਲੇ ਔਗਣ ਬਖਸ਼ ਦਿੰਦਾ। ਇਹ ਨਹੀਂ ਕਿ ਮਾਫੀ ਨਹੀਂ ਮਿਲਦੀ। ਬੰਦਾ ਕਈ ਵਾਰੀ ਮਾਫ ਨਹੀਂ ਕਰਦਾ। ਬੰਦੇ ਤੁਸੀਂ ਮਾਫੀ ਮੰਗ ਵੀ ਲਓ, ਉੱਤੋਂ ਕਹਿ ਦਿਓ ਕਿ ਚੰਗਾ, ਵਿੱਚੋਂ ਰੱਖੇਗਾ ਮਨ ਦੇ ਵਿੱਚ ਉਸੇ ਤਰ੍ਹਾਂ ਰੱਖੇਗਾ, ਇਹਨੇ ਮੇਰੇ ਨਾਲ ਐਂ ਕੀਤਾ। ਬੰਦਾ ਮਾਫੀ ਨਹੀਂ ਛੇਤੀ ਕਿਸੇ ਨੂੰ ਦਿੰਦਾ। ਇਹ ਤਾਂ ਪਰਮਾਤਮਾ ਹੀ, ਗੁਰੂ ਹੀ ਹੈ ਜਿਹੜਾ ਵੱਡੇ ਵੱਡੇ ਪਾਪ ਵੀ ਬਖਸ਼ ਦਿੰਦਾ ਜਦੋਂ ਬੰਦਾ ਸੱਚੇ ਦਿਲੋਂ ਮਾਫੀ ਮੰਗਦਾ ਅਤੇ ਅੱਗੇ ਤੋਂ ਤੋਬਾ ਕਰ ਲੈਂਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸਤ 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 ਪ੍ਰਭ ਸੁਆਮੀ, ਪਰਮਾਤਮਾ ਸਦਾ ਰਹਿਣ ਵਾਲਾ ਹੈ। ਗੁਰ ਪ੍ਰਸਾਦ ਕਿਨੇ ਵਖਿਆਨੀ, ਵਖਿਆਨ ਕਰਨਾ, ਵਰਣਨ ਕਰਨਾ। ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਟਾਵੇਂ ਨੇ ਇਹ ਗੱਲ ਕਹੀ ਹੈ ਕਿ ਪਰਮਾਤਮਾ ਸਦਾ ਰਹਿਣ ਵਾਲਾ ਹੈ। ਇਹ ਵੀ ਉਹੀ ਕਹਿ ਸਕਦਾ ਜਿਸ 'ਤੇ ਗੁਰੂ ਦੀ ਕਿਰਪਾ ਹੋਵੇ। ਸੱਚ 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 ਸਭ ਕੀਨਾ, ਪਰਮਾਤਮਾ ਨੇ ਜੋ ਕੀਤਾ ਹੈ ਉਹ ਸੱਚ ਹੈ, ਉਹ ਵੀ ਸਦੀਵੀ ਹੈ। ਪਰਮਾਤਮਾ ਸੱਚ ਹੈ, ਉਹਦੀ ਬਣਾਈ ਹੋਈ ਹਰ ਇੱਕ ਚੀਜ਼ ਸੱਚ ਹੈ। ਤੁਸੀਂ ਕਹੋਗੇ ਨਹੀਂ ਜੀ ਬਾਣੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਪਰ ਗੁਰਬਾਣੀ 'ਚ ਲਿਖਿਆ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਸ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਸਾਡੇ ਲਈ ਹੈ, ਸਾਡਾ ਲੈਵਲ ਹੈ ਇੱਥੇ। ਜਦੋਂ ਬ੍ਰਹਮ ਗਿਆਨੀ ਹੋ ਜਾਵਾਂਗੇ ਫਿਰ ਕਹਾਂਗੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਫਿਰ ਇੱਥੇ ਆ ਜਾਵਾਂਗੇ, ਫਿਰ ਸਾਨੂੰ ਗਿਆਨ ਹੋ ਕਿ ਸਭ ਕੁਝ ਸੱਚ ਹੈ। ਕਿਉਂਕਿ ਜੇ ਸਾਡੀ ਅਵਸਥਾ
ਹੇਠਲੀ ਹੈ, ਅਤੇ ਹੇਠਲੀ ਅਵਸਥਾ ਦੀ ਵੀ ਗੱਲਾਂ ਗੁਰਬਾਣੀ 'ਚ ਲਿਖੀਆਂ ਹੋਈਆਂ ਅਤੇ ਉੱਚੀ ਅਵਸਥਾ ਦੀ ਵੀ ਲਿਖੀਆਂ ਹੋਈਆਂ ਹਨ। ਸੋ ਜਿਹੜੇ ਸਾਡਾ ਲੈਵਲ ਹੈ, ਸਾਡਾ ਲੈਵਲ ਹੈ ਮਿਹਨਤ ਮੇਰੀ ਰਹਿਮਤ ਤੇਰੀ, ਇਹ ਸਾਡਾ ਲੈਵਲ ਹੈ। ਇਹ ਪਰਮਾਤਮਾ ਮੈਂ ਮਿਹਨਤ ਕਰਦਾ, ਕਿਰਪਾ ਤੂੰ ਕਰੀ। ਬ੍ਰਹਮ ਗਿਆਨ ਦੀ ਅਵਸਥਾ ਹੈ ਬਈ ਮਿਹਨਤ ਵੀ ਤੇਰੀ, ਰਹਿਮਤ ਵੀ ਤੇਰੀ, ਮੈਂ ਕੌਣ ਸੀ ਮਿਹਨਤ ਕਰਨ ਵਾਲਾ, ਉਹ ਤਾਂ ਤੂੰ ਮੇਰੇ ਤੋਂ ਮਿਹਨਤ ਕਰਵਾਈ ਹੈ। ਫਿਰ ਉੱਥੇ ਚਲੇ ਜਾਂਦਾ ਬੰਦਾ। ਦੋਨੋਂ ਅਵਸਥਾਵਾਂ ਦਾ ਗੁਰਬਾਣੀ 'ਚ ਵਰਣਨ ਕੀਤਾ ਹੋਇਆ। ਕਿਉਂ? ਇੱਥੇ ਪ੍ਰਾਇਮਰੀ ਵਾਲੇ ਬੱਚੇ ਵੀ ਹੁੰਦੇ ਨੇ, ਹਾਈ ਸਕੂਲ ਵਾਲੇ ਵੀ ਹੁੰਦੇ ਨੇ, ਕਾਲਜ ਵਾਲੇ ਹੁੰਦੇ ਨੇ, ਯੂਨੀਵਰਸਿਟੀ ਵਾਲੇ ਵੀ ਹੁੰਦੇ ਨੇ। ਜਿਵੇਂ ਉਹਨਾਂ ਦਾ ਆਰਡਰ ਲੈਵਲ ਹੈ ਨਾ, ਪ੍ਰਾਇਮਰੀ ਦੇ ਬੱਚੇ ਦਾ ਲੈਵਲ ਹੋਰ ਹੈ ਸੋਚ ਦਾ, ਹਾਈ ਵਾਲੇ ਦਾ ਹੋਰ ਹੈ, ਕਾਲਜ ਦਾ, ਯੂਨੀਵਰਸਿਟੀ ਵਾਲੇ ਦਾ ਹੋਰ ਹੈ। ਇਸੇ ਤਰ੍ਹਾਂ ਹੀ ਜਦੋਂ ਆਪਾਂ ਭਜਨ ਬੰਦਗੀ ਕਰਦੇ ਹਾਂ, ਸਾਡਾ ਵੀ ਲੈਵਲ ਹੌਲੀ ਹੌਲੀ ਬਦਲਦਾ ਰਹਿੰਦਾ, ਉੱਚਾ ਹੋਈ ਜਾਂਦਾ। ਫਿਰ ਸਾਨੂੰ ਉੱਚੀਆਂ ਗੱਲਾਂ ਦੀ ਬਾਣੀ ਦੀ ਜਿਹੜੀ ਉੱਚੀਆਂ ਗੱਲਾਂ ਲਿਖੀਆਂ ਉਹਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ। ਕੋਟ ਮਦੇ ਕਿਨੇ ਬਿਰਲੇ ਚੀਨ, ਪਰਮਾਤਮਾ ਨੇ ਜੋ ਬਣਾਇਆ ਹੈ ਸੱਚ ਬਣਾਇਆ ਹੈ, ਪਰ ਕਰੋੜਾਂ ਵਿੱਚੋਂ ਕੋਟ ਮਦੇ, ਕਰੋੜਾਂ ਵਿੱਚੋਂ ਕਿਨੇ ਬਿਰਲੇ ਚੀਨਾ, ਕਿਸੇ ਵਿਰਲੇ ਟਾਵੇਂ ਨੂੰ ਇਸ ਗੱਲ ਦਾ ਗਿਆਨ ਹੋਇਆ ਕਿ ਪਰਮਾਤਮਾ ਨੇ ਜੋ ਕੀਤਾ ਸੱਚ ਕੀਤਾ। ਚੀਨਾ ਹੁੰਦਾ ਜਾਣਨਾ। ਕਿਸੇ ਵਿਰਲੇ ਟਾਵੇਂ, ਕਰੋੜਾਂ ਬੰਦਿਆਂ 'ਚੋਂ ਕਿਸੇ ਵਿਰਲੇ ਟਾਵੇਂ ਨੂੰ ਇਸ ਗੱਲ ਦਾ ਗਿਆਨ ਹੈ। ਭਲਾ 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 ਤੇਰਾ ਰੂਪ, ਇਹ ਪਰਮਾਤਮਾ ਤੇਰਾ ਰੂਪ ਭਲਾ ਹੈ, ਭਲਾ ਹੈ, ਬਹੁਤ ਵਧੀਆ ਹੈ। ਅਤ ਸੁੰਦਰ ਅਪਾਰ ਅਨੂਪ, ਤੂੰ ਅਤੀ ਸੁੰਦਰ ਹੈ। ਅਨੂਪ ਪੂਰਾ ਸ਼ਬਦ ਹੈ ਅਨੂਪਮ। ਅਨੂਪਮ ਹੁੰਦਾ ਹੈ ਜਿਹਦੇ ਵਰਗਾ ਕੋਈ ਹੋਰ ਨਾ ਹੋਵੇ। ਅਤੀ ਸੁੰਦਰ, ਤੂੰ ਅਤੀ ਸੁੰਦਰ ਹੈ, ਤੇਰੇ ਵਰਗਾ ਹੋਰ ਕੋਈ ਸੁੰਦਰ ਹੈ ਹੀ ਨਹੀਂ ਹੈ। ਆਪਾਂ ਉਪਮਾ ਤਾਂ ਕਰ ਸਕਦੇ ਹਾਂ ਜੇ ਉਹਦੇ ਵਰਗਾ ਕੋਈ ਹੋਰ ਹੋਵੇ। ਜੇ ਪਰਮਾਤਮਾ ਵਰਗਾ ਹੋਰ ਕੋਈ ਸੰਸਾਰ 'ਚ ਹੁੰਦਾ ਸੀ, ਦੱਸ ਸਕਦੇ ਸੀ ਪਰਮਾਤਮਾ ਇਹੋ ਜਿਹਾ ਹੈ। ਕਈ ਕਹਿਣਗੇ ਜੇ ਗੁਰੂਆਂ ਨੇ ਰੱਬ ਨੂੰ ਵੇਖਿਆ ਸੀ ਫਿਰ ਦੱਸਣ ਕਿਹੋ ਜਿਹਾ ਸੀ। ਉਹ ਦੱਸਣ ਕਿਹੋ ਜਿਹਾ ਸੀ? ਉਹ ਬੰਦਾ ਸੀ, ਜਨਾਨੀ ਸੀ, ਪਸ਼ੂ ਸੀ, ਪੰਛੀ, ਕੀ ਹੈ ਰੱਬ ਹੈ? ਬਸ ਇਹੀ ਲਿਖਦਾ, ਚੱਕਰ ਚਿਹਨ ਬਰਨ ਜਾਤ ਪਾਤ ਨਹਿਣ, ਜੇ ਰੂਪ ਰੰਗ ਨ ਰੇਖ ਪੇ ਕੂ ਕਹਿ ਰ ਸਕਤ ਕੇ। ਉਹ ਇਹ ਕਹਿੰਦੇ ਨੇ ਵੀ ਹਾਂ ਜੇ ਕਿਸੇ ਨੇ ਰੱਬ ਵੇਖਿਆ ਦੱਸੋ ਕਿਹੋ ਜਿਹਾ ਹੈ। ਉਹ ਭਲਿਆ ਮਾਨਸਾ। ਦੱਸਿਆ ਤਾਂ ਜਾ ਸਕਦਾ ਜੇ ਉਹੋ ਜਿਹੀ ਚੀਜ਼ ਸੰਸਾਰ 'ਚ ਹੋਵੇ। ਜਦੋਂ ਪਰਮਾਤਮਾ ਵਰਗੀ ਚੀਜ਼ ਹੀ ਸੰਸਾਰ 'ਚ ਕੋਈ ਨਹੀਂ ਤਾਂ ਫਿਰ ਕਿਵੇਂ ਦੱਸ ਸਕਦਾ? ਉਹ ਕਿਵੇਂ ਦੱਸ ਸਕਦਾ ਹੈ? ਦੱਸਣ ਲਈ ਉਹੋ ਜਿਹੀ ਇੱਕ ਹੋਰ ਚੀਜ਼ ਚਾਹੀਦੀ ਹੈ। ਅਲੱਗ ਕਹਿੰਦਾ ਜੀ ਉਹਦਾ ਰੰਗ ਲਾਲ ਹੈ। ਹੁਣ ਲਾਲ ਰੰਗ ਲੋਕਾਂ ਨੇ ਵੇਖਿਆ ਹੋਇਆ, ਉਹ ਸਮਝ ਜਾਣ ਉਹਦਾ ਰੰਗ ਲਾਲ ਹੈ। ਹੁਣ ਲਾਲ ਰੰਗ ਹੈ ਹੀ ਨਹੀਂ ਸੰਸਾਰ 'ਚ, ਅਤੇ ਮੈਂ ਕਹਿੰਦਾ ਲਾਲ ਰੰਗ ਵਾਲ ਉਹ ਕੀ ਹੁੰਦਾ ਜੀ? ਮੈਂ ਕਿਵੇਂ ਸਮਝਾਵਾਂ ਕਿ ਲਾਲ ਇਹੋ ਜਿਹਾ ਹੁੰਦਾ? ਸਮਝਾ ਹੀ ਨਹੀਂ ਸਕਦਾ ਮੈਂ। ਇਸ ਲਈ ਇਹ ਨਹੀਂ ਕਿ ਪਰਮਾਤਮਾ ਦੇ ਦਰਸ਼ਨ ਨਹੀਂ ਕੀਤੇ। ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹਨਾਂ ਨੇ ਪਰਮਾਤਮਾ ਦੇ ਦਰਸ਼ਨ ਕੀਤੇ ਹੁੰਦੇ ਨੇ। ਪਰਮਾਤਮਾ ਨਾਲ ਉਹਨਾਂ ਨੇ ਗੱਲਾਂ ਵੀ ਕੀਤੀਆਂ ਹੁੰਦੀਆਂ। ਗੁਰੂ ਨਾਨਕ ਦੇਵ ਵੇਈ ਨਦੀ 'ਚੋਂ ਨਿਕਲੇ ਜਦ ਸੱਚਖੰਡ ਗਏ, ਪਰਮਾਤਮਾ ਨੇ ਗੱਲਾਂ ਕੀਤੀਆਂ। ਗੁਰੂ ਨਾਨਕ ਦੇਵ ਨੇ ਪਰਮਾਤਮਾ ਨੇ ਗੱਲਾਂ ਕੀਤੀਆਂ। ਪਰਮਾਤਮਾ ਨੂੰ ਵੇਖਿਆ ਹੈ, ਪਰਮਾਤਮਾ ਨਾਲ ਗੱਲਾਂ ਕੀਤੀਆਂ ਹਨ। ਪਰ ਜੇ ਕੋਈ ਪੁੱਛੇ ਗੁਰੂ ਨਾਨਕ ਦੇਵ ਵੀ ਪਰਮਾਤਮਾ ਕਿਹੋ ਜਿਹਾ ਸੀ, ਉਹ ਨਹੀਂ ਦੱਸ ਸਕਦੇ, ਕਿਉਂਕਿ ਉਹੋ ਜਿਹੇ ਦੱਸਣ ਲਈ ਉਹ ਕਿਹੋ ਜਿਹਾ ਹੈ ਉਹੋ ਜਿਹਾ ਕੋਈ ਹੋਰ ਚਾਹੀਦਾ ਤਾਂ ਦੱਸਿਆ ਜਾਂਦਾ। ਉਹਦੇ ਵਰਗਾ ਜੀ, ਪਰਮਾਤਮਾ ਵਰਗੀ ਚੀਜ਼ ਹੀ ਸੰਸਾਰ 'ਚ ਹੋਰ ਕੋਈ ਨਹੀਂ। ਇਸ ਲਈ ਉਹਦੇ ਬਾਰੇ ਕੋਈ ਦੱਸ ਹੀ ਨਹੀਂ ਸਕਦਾ। ਚਾਹੇ ਤੁਸੀਂ ਵੀ ਦਰਸ਼ਨ ਕਰ ਲਿਓ ਕਿਸੇ ਦਿਨ ਹੋ ਜਾਣ, ਤੁਸੀਂ ਵੀ ਆ ਕੇ ਨਹੀਂ ਦੱਸ ਸਕਦੇ ਕਿ ਪਰਮਾਤਮਾ ਕਿਹੋ ਜਿਹਾ ਹੈ, ਕਿ ਉਹ ਇਕੱਲਾ ਹੀ ਹੈ, ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ। ਇਸ ਲਈ ਕਹਿੰਦੇ ਕਰੋੜਾਂ 'ਚ ਕੋਈ ਵਿਰਲਾ ਟਾਵੇਂ ਜਿਸ ਨੂੰ ਇਸ ਗੱਲ ਦਾ ਗਿਆਨ ਹੈ। ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ, ਤੇਰਾ ਰੂਪ ਬੜਾ ਵਧੀਆ, ਤੂੰ ਅਤੀ ਸੁੰਦਰ ਹੈ। ਤੂੰ ਇੰਨਾ ਸੁੰਦਰ ਹੈ ਕਿ ਤੇਰੀ ਸੁੰਦਰਤਾ ਦਾ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਨਿਰਮਲ 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 ਤੇਰੀ ਬਾਣੀ, ਤੇਰੀ ਬਾਣੀ ਅਤੀ ਪਵਿੱਤਰ ਹੈ, ਨਿਰਮਲ ਬਾਣੀ ਹੈ।
ਨਿਰਮਲ ਚੀਜ਼ ਹੀ ਦੂਸਰੇ ਨੂੰ ਨਿਰਮਲ ਕਰ ਸਕਦੀ ਹੈ। ਨਿਰਮਲ ਤੇ ਸਭ ਨਿਰਮਲ ਹੋਵੇ। ਪਰਮਾਤਮਾ ਨਿਰਮਲ ਹੈ, ਉਹਦਾ ਨਾਮ ਨਿਰਮਲ ਹੈ, ਉਹਦੀ ਬਾਣੀ ਨਿਰਮਲ ਹੈ। ਇਸ ਲਈ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਅਸੀਂ ਨਿਰਮਲ ਹੋਣਾ ਸ਼ੁਰੂ ਹੋ ਜਾਂਦੇ ਹਾਂ। ਜਦੋਂ ਅਸੀਂ ਨਾਮ ਜਪਦੇ ਹਾਂ ਸਾਡੇ ਮਨ ਦੀ ਮੈਲ ਲੈਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਨਿਰਮਲ ਤੇ ਸਭ ਨਿਰਮਲ ਹੋਵੇ। ਨਿਰਮਲ 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 ਤੇਰੀ ਬਾਣੀ ਹੈ ਪਰਮਾਤਮਾ, ਤੇਰੀ ਬਾਣੀ ਅਤੀ ਪਵਿੱਤਰ ਹੈ, ਅਤੀ ਨਿਰਮਲ ਹੈ, ਅਤੀ ਸਾਫ ਹੈ। ਘਟ ਘਟ ਸੁਣੀ ਸ਼ਰਵਣ ਬਖਿਆਣੀ। ਇਹਨੂੰ ਸਰਵਣ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ ਸ਼ਰਵਣ। ਸ਼ਰਵਣ ਹੁੰਦਾ ਕੰਨ, ਆਪਣੀ ਕੰਨ ਨੂੰ ਇਹਨੂੰ ਕਹਿੰਦੇ ਹਿੰਦੀ ਸ਼ਰਵਣ। ਘਟ ਘਟ ਸੁਣੀ ਸ਼ਰਵਣ ਬਖਿਆਣੀ। ਕੰਨਾਂ ਦੇ ਨਾਲ ਹਰ ਇੱਕ ਸਰੀਰ ਦੇ ਵਿੱਚ ਉਹਦੀ ਬਾਣੀ ਸੁਣੀ ਜਾ ਸਕਦੀ ਹੈ। ਜਦੋਂ ਅਸੀਂ ਉਸ ਅਵਸਥਾ 'ਤੇ ਪਹੁੰਚ ਜਾਵਾਂਗੇ ਨਾ, ਸਾਨੂੰ ਅਜ ਅੰਦਰ ਹੈ ਅਨਹਦ ਨਾਦ। ਪਰਮਾਤਮਾ ਅੰਦਰ ਬੋਲ ਰਿਹਾ ਸਾਡੇ, ਪਰ ਸਾਡਾ ਆਪਣਾ ਰੋਲ ਘਚੋਲਾ ਇੰਨਾ ਹੈ ਕਿ ਉਹ ਪਰਮਾਤਮਾ ਬੋਲ ਰਿਹਾ ਸਾਨੂੰ ਸੁਣਦਾ ਨਹੀਂ ਹੈ। ਮੰਨ ਲਓ ਮੈਂ ਕਥਾ ਕਰ ਰਿਹਾ, ਬੋਲ ਰਿਹਾ, ਇੱਥੇ 100-150 ਬੰਦਾ ਅੱਗੇ ਬੈਠਾ ਹੋਵੇ, ਉਹ ਸਾਰੇ ਆਪਣੀਆਂ ਗੱਲਾਂ ਲੱਗ ਜਾਣ ਕਰਨ, ਤਾਂ ਮੇਰੀ ਗੱਲ ਉਹਨਾਂ ਨੂੰ ਨਹੀਂ ਸੁਣੇਗੀ, ਕਿਉਂਕਿ ਆਪਣੀਆਂ ਗੱਲਾਂ ਕਾਰਨ ਸਾਡਾ ਮਨ ਹਰ ਵਕਤ ਬੋਲੀ ਹੋਈ ਜਾਂਦਾ ਹੈ। ਮਨ ਚੁੱਪ ਹੋਏਗਾ ਤੇ ਤਾਂ ਹੀ ਰੱਬ ਦੀ ਗੱਲ ਸੁਣੇਗੀ ਨਾ। ਸਾਡਾ ਮਨ ਤੇ ਦਿਨ ਰਾਤ ਬੋਲੀ ਹੋਈ ਜਾਂਦਾ, ਇਸ ਲਈ ਰੱਬ ਅੰਦਰ ਬੋਲ ਰਿਹਾ, ਉਹ ਸਾਨੂੰ ਸੁਣਦਾ ਹੀ ਨਹੀਂ ਹੈਗਾ, ਉਹ ਸੁਣਦਾ ਨਹੀਂ ਹੈ। ਹਾਲਾਂਕਿ ਇਹਨਾਂ ਕੰਨਾਂ ਨਾਲ ਜਦੋਂ ਅਵਸਥਾ ਆਵੇਗੀ ਨਾ, ਘਟ ਘਟ ਸੁਣੀ ਸ਼ਰਵਣ ਬਖਿਆਣੀ, ਫਿਰ ਇਹਨਾਂ ਕੰਨਾਂ ਨਾਲ ਉਹਦੀ ਬੋਲੀ ਸੁਣੀ ਜਾ ਸਕਦੀ ਹੈ ਅਤੇ ਜੀਭ ਦੇ ਨਾਲ ਵਰਣਨ ਕੀਤੀ ਜਾ। ਬਖਿਆਨੀ ਬਖਿਆਨ ਕਰਨਾ, ਬੋਲ ਕੇ ਕਿਸੇ ਨੂੰ ਦੱਸਣਾ। ਰਸਨਾ ਨਾਲ ਬੋਲ ਕੇ ਦੱਸਿਆ ਜਾ ਸਕਦਾ ਹੈ ਅਤੇ ਕੰਨਾਂ ਦੇ ਨਾਲ ਉਸ ਦੀ ਬਾਣੀ ਨੂੰ ਸੁਣਿਆ ਜਾ ਸਕਦਾ ਹੈ। ਪਵਿੱਤਰ 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 ਪੁਨੀਤ। ਜਦੋਂ ਬਹੁਤ ਕੋਈ ਪਵਿੱਤਰ ਹੋਵੇ ਨਾ, ਉਹਨੂੰ ਫਿਰ ਵਾਰੀ ਵਾਰੀ ਕਿਹਾ ਜਾਂਦਾ ਸ਼ਬਦ ਨੂੰ। ਜਿਵੇਂ ਕਈ ਟੀਚਰ ਬੱਚੇ ਕਹਿੰਦਾ ਗੁੱਡ, ਫਿਰ ਅੱਗੇ ਲਾਉਂਦਾ ਵੈਰੀ ਗੁੱਡ, ਫਿਰ ਇੱਕ ਹੋਰ ਵੀਲ ਆ, ਫਿਰ ਕਹਿੰਦਾ ਵੈਰੀ ਵੈਰੀ ਗੁੱਡ, ਫਿਰ ਇੱਕ ਹੋਰ ਵੀਲ ਆਉਂਦਾ ਵੈਰੀ 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 ਗੁੱਡ। ਉਹ ਸਟਰੈਸ ਦੇਣ ਲਈ ਹੈ ਵੀ ਬਹੁਤ ਵਧੀਆ ਹੈ, ਤਾਂ ਇਹ ਵਾਰੀ ਵਾਰੀ ਲਿਖਿਆ। ਪਵਿੱਤਰ 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 ਪੁਨੀਤ। ਮੀਨਿੰਗ ਪੁਨੀਤ ਅਤੇ ਪਵਿੱਤਰ ਦਾ ਇੱਕੋ ਹੀ ਹੈ। ਪਰਮਾਤਮਾ ਅਤੀ ਪਵਿੱਤਰ ਹੈ, ਅਤੀ ਪਵਿੱਤਰ ਹੈ, ਅਤੀ ਪਵਿੱਤਰ ਹੈ। ਨਾਮ ਜਪੈ ਨਾਨਕ ਮਨ ਪ੍ਰੀਤ। ਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਮਨ 'ਚ ਪਿਆਰ ਧਾਰ ਕੇ ਨਾ ਪਰਮਾਤਮਾ ਪ੍ਰਤੀ, ਮਨ 'ਚ ਪਰਮਾਤਮਾ ਪ੍ਰਤੀ ਪ੍ਰੀਤੀ ਲਾ ਕੇ ਅਸੀਂ ਉਸ ਦਾ ਨਾਮ ਜਪਦੇ ਹਾਂ। ਹੇ ਭਾਈ, ਪਿਆਰ ਸਹਿਤ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਇਹ ਪਰਮਾਤਮਾ ਦੀ ਵਡਿਆਈ ਕੀਤੀ ਹੋਈ ਹੈ। ਇਹਦੇ ਨਾਲ 12ਵੀਂ ਅਸ਼ਟਪਦੀ ਅੱਜ ਸਮਾਪਤ ਹੋ ਗਈ ਹੈ। ਕੱਲ੍ਹ ਨੂੰ ਆਪਾਂ 13ਵੀਂ ਅਸ਼ਟਪਦੀ ਕਥਾ ਵਾਰਤਾ ਕਰਾਂਗੇ। ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।